ਅੱਜ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕਰਨੀ ਆ ਉਹਨਾਂ ਦੀ ਬੈਕਗਰਾਊਂਡ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਹੈਲਥੀ ਲਾਈਫ ਸਟਾਈਲ ਮੇਨਟੇਨ ਕੀਤਾ ਜਾਏ। ਹੈਲਥੀ ਲਾਈਫ ਸਟਾਈਲ ਮੇਨਟੇਨ ਕਰਨ ਤੋਂ ਪਹਿਲਾਂ ਸਾਨੂੰ ਇਹ ਤਸਲੀਮ ਕਰਨਾ ਪਏਗਾ ਕਿ ਅਸੀਂ ਕਈ ਗਲਤੀਆਂ ਕਰ ਰਹੇ ਹਾਂ ਔਰ ਮੋਟਾਪੇ ਬਾਰੇ, ਐਕਸਰਸਾਈਜ਼, ਡਾਈਟ ਬਾਰੇ, ਸਪਲੀਮੈਂਟਸ ਬਾਰੇ ਕਈ ਗੱਲਾਂ ਬਾਤਾਂ ਹੋਣਗੀਆਂ। ਅਤੇ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੇ ਵਿੱਚ ਵੀ ਵੈਰੀ ਸੈਡੈਂਟਰੀ, ਅੰਗਰੇਜ਼ੀ ਦਾ ਵਰਡ ਆਏਗਾ, ਉਹਦਾ ਮਤਲਬ ਹੈ ਕਿ ਅਸੀਂ ਬਹਿੰਦੇ ਬਹੁਤ ਹਾਂ। Stagnant lifestyle, exactly. So with being stagnant, it creates a lot of health problems, right? So it gives you goals. ਜ਼ਿੰਦਗੀ 'ਚ goals ਹੁੰਦੇ ਆ ਨਾ, ਉਹ ਕਦੇ ਲੋਕੀ ਆਪਣੇ ਆਪ ਨਾਲ ਬਣਾਉਂਦੇ ਨੇ ਕਿ ਮੈਂ ਇਸ ਬੰਦੇ ਨਾਲ ਜਾਂ ਇਸ ਯੂ ਨੋ ਮਾਈ ਫਰੈਂਡ ਆਈ ਵਾਂਟ ਟੂ ਕੰਪੀਟ। ਹੁਣ ਨਵੇਂ ਐਪਸ ਆ ਗਏ ਨੇ, ਸਟਰਾਵਾ ਕਰਕੇ, ਹੋਰ ਬਥੇਰੇ ਐਪਸ ਨੇ ਕਿ ਲੋਕੀ ਇੱਕ ਦੂਜੇ ਨਾਲ ਕੰਪੀਟ ਕਰਨ ਲੱਗ ਪਏ। ਸੋ ਅਗੇਨ ਐਕਸਰਸਾਈਜ਼ ਕੈਨ ਬੀ looked at from a perspective of a healthy living, but also a achievable goal in life. But I feel ਅਸੀਂ ਜਦ ਬੈਡ ਜਾਂ ਉਹਦੇ we least prioritize that in our life. ਗੱਡੀਆਂ ਵੱਡੀ ਲੈ ਲਾਂਗੇ ਅਸੀਂ, ਲੱਖ ਡਾਲਰ ਦੀਆਂ ਗੱਡੀਆਂ, ਲੇਕਿਨ ਜਦ ਬੈਡ ਜਾਂ ਮੈਟਰਸ ਲੈਂਦੇ ਹਾਂ $600-700 ਜ਼ਿਆਦਾ ਨਹੀਂ ਲੈਂਦੇ ਲੋਕੀ। ਕਾਸਕੋ ਤਾਂ ਲੱਗਿਆ ਸੀ ਸੇਲ 'ਤੇ ਅਸੀਂ ਲੈ ਲੈਂਦੇ ਹਾਂ। ਲੇਕਿਨ ਮੈਂ ਹਰ ਬੰਦੇ ਨੂੰ ਇਹ ਕਹਿੰਦਾ ਕਿਉਂਕਿ ਤੁਸੀਂ ਸੌਂਦੇ ਇੰਨਾ ਜ਼ਿਆਦਾ ਹੋ। ਇਫ ਯੂ ਲਿਵ 1/3 of your life, ਜੇ ਅਸੀਂ 8 ਘੰਟੇ ਵੀ ਸੌਂਦੇ ਹਾਂ in a given 24 hours, 1/3 of your life ਤੁਸੀਂ ਸੌ ਲੈਂਦੇ ਹੋ। ਪਰ ਤੁਸੀਂ ਕਹਿੰਦੇ ਰਹਿੰਦੇ ਹੋ ਨਹੀਂ ਤੂੰ ਆਪਣਾ ਲਾਈਫ ਸਟਾਈਲ ਠੀਕ ਕਰ, ਤੂੰ ਆਹ ਨਾ ਖਾਇਆ ਕਰ, ਤੂੰ ਤੁਰਿਆ ਕਰ, ਤੂੰ ਸੌਣ ਤੋਂ 2 ਘੰਟੇ ਪਹਿਲਾਂ ਖਾਣਾ ਖਾਈ, ਇਹ ਵੋ। ਹਾਂਜੀ, ਸਾਨੂੰ ਐਂ ਲੱਗਦਾ ਰਹਿੰਦਾ ਕਿ ਤਾਂ ਸਾਨੂੰ ਪਤਾ ਹੀ ਹੈ ਯਾਰ, ਤੂੰ ਦਵਾਈ ਕਿਹੜੀ ਦਿੱਤੀ ਆ, ਇਹਨੂੰ ਪੈਨਸਲੀਨ ਦੇ, ਐਂਟੀਬਾਇਓਟਿਕ ਤਾਂ ਦੇ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋ ਵਿੱਚ। ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਸਾਡੇ ਨਾਲ ਅੱਜ ਹੈਲਥ ਇਜ਼ ਵੈਲਥ ਸੈਗਮੈਂਟ ਦੇ ਵਿੱਚ ਡਾਕਟਰ ਵਿਸ਼ੇਸ਼ ਓਬਰਾਏ ਸ਼ਾਮਿਲ ਹੋ ਰਹੇ ਹਨ। ਡਾਕਟਰ ਵਿਸ਼ੇਸ਼ ਓਬਰਾਏ ਯੰਗ ਡਾਕਟਰ ਨੇ, ਕਾਫੀ ਯੰਗ ਨੇ, ਅਤੇ ਉਹ ਕੈਨੇਡੀਅਨ ਮੈਡੀਕਲ ਟ੍ਰੇਨਡ ਡਾਕਟਰ ਨੇ। ਇੱਥੇ ਹੀ ਉਹਨਾਂ ਨੇ ਆਪਣੀ ਸਾਰੀ ਮੈਡੀਸਨ ਦੀ ਸਟੱਡੀ ਕੀਤੀ ਆ। ਬਹੁਤ ਛੋਟੇ ਹੁੰਦੇ ਉਹ ਇੱਥੇ ਕੈਨੇਡਾ 'ਚ ਆ ਗਏ ਸਨ। ਹੁਣ ਉਹ ਐਬਸਫੋਰਡ ਪ੍ਰੈਕਟਿਸ ਕਰਦੇ ਨੇ। ਦਰਅਸਲ ਬਹੁਤ ਲੰਬੇ ਘੰਟੇ ਕੰਮ ਵੀ ਉਹਨਾਂ ਨੂੰ ਕਰਨਾ ਪੈ ਰਿਹਾ ਹੈ, ਲੇਕਿਨ ਉਹਨਾਂ ਦੀ ਜਿਹੜੀ ਰੀਅਲ ਪੇਸ਼ੈਂਟ ਕੇਅਰ ਦੇ ਵਿੱਚ ਦਿਲਚਸਪੀ ਹੋਣੀ ਡਾਕਟਰ ਲਈ, ਇਹ ਇੱਕ ਇਹੋ ਜਿਹਾ ਨੌਜਵਾਨ ਡਾਕਟਰ ਹੈ ਜਿਨ੍ਹਾਂ ਦੀ ਪੇਸ਼ੈਂਟ ਕੇਅਰ ਟੌਪ ਪ੍ਰਾਇਓਰਟੀ ਬਣੀ ਹੋਈ ਹੈ ਔਰ ਉਹ ਅਰਜੈਂਟ ਕੇਅਰ ਦੇ ਵਿੱਚ ਵੀ ਕੰਮ ਕਰਦੇ ਨੇ। ਉਹਨਾਂ ਦੀ ਆਪਣੀ ਦਰਅਸਲ ਪ੍ਰੈਕਟਿਸ ਹੈ। ਤਕਰੀਬਨ 60-65 ਘੰਟੇ ਹਫ਼ਤੇ ਦੇ ਕੰਮ ਕਰਨਾ ਡਾਕਟਰ ਲਈ ਇਹ ਲੰਬੀਆਂ ਸ਼ਿਫਟਾਂ ਨੇ। ਅੱਜ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕਰਨੀ ਆ ਉਹਨਾਂ ਦੀ ਬੈਕਗਰਾਊਂਡ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਹੈਲਥੀ ਲਾਈਫ ਸਟਾਈਲ ਮੇਨਟੇਨ ਕੀਤਾ ਜਾਏ। ਹੈਲਥੀ ਲਾਈਫ ਸਟਾਈਲ ਮੇਨਟੇਨ ਕਰਨ ਤੋਂ ਪਹਿਲਾਂ ਸਾਨੂੰ ਇਹ ਤਸਲੀਮ ਕਰਨਾ ਪਏਗਾ ਕਿ ਅਸੀਂ ਕਈ ਗਲਤੀਆਂ ਕਰ ਰਹੇ ਹਾਂ ਔਰ ਮੋਟਾਪੇ ਬਾਰੇ, ਐਕਸਰਸਾਈਜ਼, ਡਾਈਟ ਬਾਰੇ, ਸਪਲੀਮੈਂਟਸ ਬਾਰੇ ਕਈ ਗੱਲਾਂ ਬਾਤਾਂ ਹੋਣਗੀਆਂ। ਫਿਰ ਉਸ ਤੋਂ ਬਾਅਦ ਅਗਲੇ ਪ੍ਰੋਗਰਾਮਾਂ 'ਚ ਬਿਮਾਰੀਆਂ ਦੀ ਗੱਲ ਅਤੇ ਬਿਮਾਰੀਆਂ ਨੂੰ ਠੀਕ ਕਰਨ ਲਈ ਕੀ ਕੀਤਾ ਜਾ ਸਕਦਾ ਹੈ, ਇਹੋ ਜਿਹੀਆਂ ਗੱਲਾਂ ਵੀ ਡਾਕਟਰ ਸਾਹਿਬ ਨਾਲ ਹੋਣਗੀਆਂ। ਡਾਕਟਰ ਵਿਸ਼ੇਸ਼ ਓਬਰਾਏ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਜੀ ਆਇਆਂ ਨੂੰ ਸਾਰਿਆਂ ਨੂੰ, ਥੈਂਕ ਯੂ ਫॉर ਲਿਸਨਿੰਗ। ਸੋ ਮੈਂ ਡਾਕਟਰ ਓਬਰਾਏ ਸੀਗਾ ਅਤੇ ਮੈਂ ਡਾਕਟਰ ਥਿੰਦ ਸਾਹਿਬ ਨੇ ਹੁਣੇ ਦੱਸਿਆ ਸੀ ਕਿ ਮੈਂ ਇੱਧਰੋਂ ਹੀ ਸਾਰੀ ਪੜ੍ਹਾਈ ਕੀਤੀ ਸੀਗੀ ਅਤੇ ਆਈ ਵਾਂਟ ਟੂ ਗਿਵ ਬੈਕ ਟੂ ਦ ਕਮਿਊਨਿਟੀ ਕਿ ਆਪਾਂ ਕੀ ਕਰ ਸਕਦੇ ਹਾਂ ਮੋਰ ਦੈਨ ਜਸਟ ਪੁੱਟ ਦ ਡਾਕਟਰ ਸੈਜ਼, ਕਿਉਂਕਿ ਡਾਕਟਰ ਤਾਂ 2-5 ਮਿੰਟ ਤੁਹਾਨੂੰ ਦੇਖ ਕੇ ਫਿਰ ਘਰੇ ਤੋਰ ਦਿੰਦਾ, ਫਿਰ ਉਸ ਤੋਂ ਬਾਅਦ ਸਾਡੇ ਉੱਤੇ ਹੀ ਹੁੰਦਾ ਕਿ ਅਸੀਂ ਕੀ ਕਰਨਾ ਹੁਣ ਘਰੇ ਜਾ ਕੇ। ਸੋ ਮੈਂ ਇਹਨਾਂ ਨੂੰ ਹੁਣੇ ਹੀ ਦੱਸ ਰਿਹਾ ਸੀਗਾ ਕਿ ਪ੍ਰੈਕਟਿਸ ਮੇਕਸ ਪਰਫੈਕਟ। ਐਥਲੀਟ ਤੋਂ ਲੈ ਕੇ ਹਰ ਬੰਦਾ ਇੱਕ ਵਾਰ ਜਾਂ 100 ਵਾਰ ਇੱਕ ਵੀ ਚੀਜ਼ ਕਰੇ ਤਦੇ ਉਹਦੇ ਨਾਲ ਹੀ ਅੱਗੇ ਅਸੀਂ ਵੱਧ ਸਕਦੇ ਹਾਂ। ਸੋ ਇਹਨਾਂ ਨੇ ਹਾਲੇ ਗੱਲ ਛੇੜੀ ਸੀਗੀ ਕਿ ਪਹਿਲਾਂ ਅਸੀਂ ਇੱਕ ਚੀਜ਼ ਇੱਕ ਧਿਆਨ ਦੇ ਵਿੱਚ ਪਾ ਲਈਏ ਕਿ ਕੋਈ ਚੀਜ਼ ਬਦਲਣੀ ਅਸੀਂ ਵੀ ਹੈਵ ਟੂ ਐਡਮਿਟ ਦੈਟ ਦੇयर ਸਮਥਿੰਗ wrong. ਆਪਣਾ ਲਾਈਫ ਸਟਾਈਲ ਠੀਕ ਕਰਨਾ, ਤੰਦਰੁਸਤ ਰਹਿਣਾ। ਹਾਂਜੀ and admitting is the first step to making any change. So and going in with the right attitude. I think ਅਸੀਂ ਸਾਰੇ ਕਹਿੰਦੇ ਹਾਂ ਕਿ ਮੈਂ ਇੰਨੇ ਸਾਲਾਂ ਤੋਂ ਕਰ ਰਹੀ ਹਾਂ। ਫੋਰ ਐਗਜ਼ਾਮਪਲ ਆਰ ਫੀਮੇਲਸ ਕਹਿੰਦੇ, ਮੈਨੂੰ ਪੇਸ਼ੈਂਟ ਆਉਂਦੇ ਕਹਿੰਦੇ ਆ ਕਿ ਡਾਕਟਰ ਸਾਹਿਬ ਮੈਂ ਕੁਛ ਵੀ ਨਹੀਂ ਖਾਂਦੀ ਸਾਰਾ ਦਿਨ ਲੇਕਿਨ ਮੇਰਾ ਵੇਟ ਭਾਰ ਨਹੀਂ ਘਟਦਾ, ਫੋਰ ਐਗਜ਼ਾਮਪਲ। ਜਾਂ ਕੁਛ ਲੋਕ ਕਹਿੰਦੇ ਆ ਮੈਂ 5 ਮੀਲਾਂ ਤੁਰ ਲੈਂਦੀ ਹਾਂ ਫਿਰ ਵੀ ਨਹੀਂ ਮੈਨੂੰ ਕੁਛ ਹੁੰਦਾ। ਸੋ ਜੋ ਪਹਿਲਾਂ ਕੀਤਾ ਉਹ ਵੀ ਚਲੋ ਇੱਕ ਬੰਦਾ ਕਹਿੰਦਾ ਕਿ ਉਹਦੇ ਤੋਂ ਵੀ ਅਸੀਂ ਕੁਛ ਸਿੱਖ ਸਕਦੇ ਹਾਂ ਅਤੇ ਅੱਗੇ ਜੋ ਕਰਨਾ ਉਹਦੇ ਬਾਰੇ ਵੀ ਕੁਛ ਹੋਰ ਵੀ ਸਿੱਖ ਸਕਦੇ ਹਾਂ। ਸੋ ਲਰਨਿੰਗ ਫਰੋਮ ਦ ਪਾਸਟ ਐਂਡ ਮੂਵਿੰਗ ਫੋਰਵਰਡ ਇਜ਼ ਪ੍ਰੋਬਬਲੀ ਵਨ ਆਫ ਦੀ ਬੈਸਟ ਵੇਜ਼ ਟੂ make changes. And the second is कि ਤੁਸੀਂ change क्यों करना चाहते हो? I think having a reason for change is very key for any aspect of life. ਅਸੀਂ ਜਦ ਕਹਿੰਦੇ ਹਾਂ ਕਿ ਮੈਂ
ਮੈਂ ਕਿਉਂਕਿ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਸੀ ਤਦੇ ਮੈਂ ਚੇਂਜ ਕਰ ਰਹੀ ਹਾਂ, ਜਾਂ ਕੋਈ ਡਾਕਟਰ ਜਾਂ ਕੋਈ ਕਹਿੰਦਾ ਕਿ ਮੇਰਾ ਵਿਆਹ ਹੈਗਾ 6 ਮਹੀਨੇ 'ਚ, ਮੈਂ ਥੋੜ੍ਹਾ ਵੇਟ ਲਾਸ ਕਰਨਾ ਕਿ ਮੇਰੀ ਫੋਟੋਆਂ ਪੂਰੀ ਜ਼ਿੰਦਗੀ ਰਹੂੰਗੀਆਂ ਰਾਈਟ। ਅਤੇ ਲੋਕੀ ਇੱਦਾਂ ਦੀ ਕੋਈ ਨਾ ਕੋਈ ਬਹਾਨਾ ਢੂੰਢ ਲੈਂਦੇ ਆ ਕਿ ਮੈਂ ਨੱਚਣਾ ਉੱਥੇ ਜਾ ਕੇ, ਹਾਂ ਹੈਲਥੀ ਲੱਗਾ, ਹਾਂਜੀ। ਅਤੇ ਹੈਲਥੀ ਲੱਗਣ ਨਾਲ ਨਾ ਅਤੇ ਇੱਕ ਕਾਰਨ ਮਿਲ ਜਾਏ ਨਾ, ਫਿਰ ਬੰਦਾ ਉਹਦੇ ਨਾਲ ਹੀ ਤੁਰਦਾ ਰਹਿੰਦਾ, ਅਤੇ ਨਵੇਂ ਕਾਰਨ ਐਜ਼ ਲਾਈਫ ਇਵੋਲਵਸ ਅਸੀਂ ਨਵੇਂ ਕਾਰਨ ਢੂੰਡਦੇ ਰਹਿੰਦੇ ਹਾਂ। ਅਤੇ ਦੈਟ ਇਜ਼ ਵਟ ਦ ਬਿਊਟੀ ਆਫ ਲਾਈਫ ਇਜ਼ ਕਿ ਲਾਈਫ ਸੇਮ ਨਹੀਂ ਰਹਿੰਦੀ। ਅਸੀਂ ਬੱਚੇ ਤੋਂ ਲੈ ਕੇ ਵੱਡੇ ਹੁੰਦੇ ਹਾਂ, ਵੱਡੇ ਤੋਂ ਫਿਰ ਹੋਰ ਵੱਡੇ ਹੁੰਦੇ ਹਾਂ, ਇੱਕ ਇਟਸ ਐਵਰ ਗਰੋਇੰਗ, ਐਂਡ ਸਾਨੂੰ ਵੀ ਉਹਦੇ ਨਾਲ ਗਰੋ ਕਰਨਾ ਪੈਂਦਾ। ਐਂਡ ਸੋ ਦ ਲਾਸਟ ਥਿੰਗ ਇਜ਼ ਬਿਫੋਰ ਵੀ ਮੂਵ ਔਨ ਟੂ ਦ ਨੈਕਸਟ ਥਿੰਗ ਇਜ਼ ਦੈਟ ਕਿ ਪ੍ਰਾਇਓਰਟਾਈਜ਼ੇਸ਼ਨ ਇੱਕ ਅੰਗਰੇਜ਼ੀ ਦਾ ਵਰਡ ਹੈ ਕਿ ਅਸੀਂ ਕਿਸੇ ਚੀਜ਼ ਨੂੰ ਇੱਕ ਪ੍ਰਾਇੋਰਟੀ ਦਿੰਦੇ ਹਾਂ, ਮਤਲਬ ਕਿ ਉਹਨੂੰ ਕਿੰਨੀ ਅਹਿਮੀਅਤ ਦਿੰਦੇ ਹਾਂ ਸਾਡੀ ਐਵਰੀਡੇ ਲਾਈਫ ਦੇ ਵਿੱਚ। ਅਸੀਂ ਕਹਿੰਦੇ ਹਾਂ ਕਿ ਅਸੀਂ ਕੰਮ 'ਤੇ ਜਾਣਾ, 8 ਘੰਟੇ ਕੰਮ 'ਤੇ ਲਾ ਲੈਂਦੇ ਹਾਂ ਐਵਰੇਜ ਬੰਦਾ ਜਾਂ ਔਰਤ। ਉਸ ਤੋਂ ਬਾਅਦ ਫਿਰ ਆਪਾਂ ਘਰੇ ਜਾਂਦੇ ਹਾਂ, ਫਿਰ ਖਾਣਾ ਪੀਣਾ ਖਾ ਕੇ ਫਿਰ ਬਹਿ ਕੇ TV ਦੇਖਦੇ ਹਾਂ। ਅਤੇ ਇੱਕ ਪ੍ਰਾਇੋਰਟੀ ਹੁੰਦੀ ਹੈ ਕਿ ਅਸੀਂ ਇਸ 24 ਘੰਟਿਆਂ ਦੇ ਵਿੱਚ ਕੀ ਕਰਨਾ ਕਿ ਅਸੀਂ ਇੱਕ ਅੱਛੀ ਜ਼ਿੰਦਗੀ ਜੀ ਲਈਏ। ਅਤੇ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੇ ਵਿੱਚ ਵੀ ਵੈਰੀ ਸੈਡੈਂਟਰੀ, ਅੰਗਰੇਜ਼ੀ ਦਾ ਵਰਡ ਆਏਗਾ, ਉਹਦਾ ਮਤਲਬ ਹੈ ਕਿ ਅਸੀਂ ਬਹਿੰਦੇ ਬਹੁਤ ਹਾਂ। Stagnant lifestyle, exactly. So with being stagnant, it creates a lot of health problems, right? It creates problems which weren't there before. ਜਦ ਅਸੀਂ ਬਹਿੰਦੇ ਹੀ ਨਹੀਂ ਸੀਗੇ, ਹੁਣ ਚੰਗੀ ਤਰ੍ਹਾਂ ਖਾਣਾ ਮਿਲ ਜਾਂਦਾ ਸਟੋਰੋਂ, ਅਸੀਂ ਲੈ ਆਉਂਦੇ ਹਾਂ ਜਾ ਕੇ, 15-20 ਮਿੰਟ ਲੱਗਦਾ ਸਟੋਰ ਹੋ ਜਾਂਦੇ ਆ। ਕਦੇ ਹੁਣ ਤਾਂ ਐਪਸ ਵੀ ਆ ਗਈਆਂ ਨੇ, ਹੁਣ ਤਾਂ ਘਰੋਂ ਨਿਕਲਣਾ ਵੀ ਨਹੀਂ ਪੈਂਦਾ ਨਾ। ਅਤੇ ਕੁਝ ਜੇ ਆਦਮੀ ਚਾਹੁੰਦਾ ਲਿਟਰਲੀ ਸਿਰਫ ਉੱਠ ਕੇ ਵਾਸ਼ਰੂਮ ਜਾ ਕੇ ਵਾਪਸ ਆ ਕੇ ਬਹਿ ਜਾਏ, ਯੂ ਕੈਨ ਗੈਟ ਐਵਰੀਥਿੰਗ ਡਨ। Right? So making a healthy lifestyle and changing that is one step into moving into the right direction. And prioritizing, coming back to that, is that कि सानू खुद actively change करना पैंदा है। मैं ਅੱਧੇ ਘੰਟੇ ਬਾਅਦ ਨਿਕਲ ਜਾਊਂਗਾ ਇੱਥੋਂ, ਫਿਰ ਉਸ ਤੋਂ ਬਾਅਦ ਤੁਸੀਂ ਵੀ ਆਪਣੀ ਜ਼ਿੰਦਗੀ ਜੀਣ ਲੱਗ ਪਾਓਗੇ, ਸਾਰੇ ਆਪਣੀ ਜ਼ਿੰਦਗੀ 'ਚ ਵਾਪਸ ਚੱਲ ਜੂਗੇ। ਬਟ ਜੇ ਮੇਰੀ ਕੋਈ ਵੀ ਗੱਲ ਸੁਣਨੀ ਹੈ, 2 ਮਿੰਟ ਦੀ ਵੀ ਕੋਈ ਗੱਲ ਹੋਵੇ ਕਿ ਅਸੀਂ ਉਸ ਚੀਜ਼ ਨੂੰ ਅਹਿਮੀਅਤ ਦਈਏ ਅਤੇ ਆਪਣੀ ਜ਼ਿੰਦਗੀ 'ਚ ਅਪਲਾਈ ਕਰੀਏ। ਅੱਛਾ ਡਾਕਟਰ ਓਬਰਾਏ, ਤੁਸੀਂ ਹੁਣ MD ਡਾਕਟਰ ਹੋ। ਹਾਂਜੀ। ਜਿਹੜੇ ਮਰੀਜ਼ ਤੁਹਾਡੇ ਕੋਲ ਤੁਹਾਡੀ ਪ੍ਰੈਕਟਿਸ ਦੇ ਵਿੱਚ ਆਉਂਦੇ ਆ, ਬੜੇ ਭਾਰੀ ਭਰਕਮ ਨੇ, ਹੁਣ ਕਈ ਵਾਰੀ ਤਾਂ ਇਹ ਵੀ ਮੁਸ਼ਕਿਲ ਹੋ ਜਾਂਦਾ ਕਿ ਤੁਸੀਂ ਉਹਨਾਂ ਨੂੰ ਪੁਆਇੰਟ ਆਊਟ ਕਰ ਸਕੋ। ਕਈ ਲੋਕ ਉਸ ਭਾਰੀ ਭਰਕਮ ਹੋਣ ਦਾ ਉਹਨੂੰ ਬੁਰਾ ਨਹੀਂ ਸਮਝਦੇ, ਲੋਕ ਸਮਝਦੇ ਕਿ ਮੇਰੀ ਕੁਦਰਤੀ ਸਿਹਤ ਹੀ ਠੀਕ ਹੈ, ਮੈਂ ਬਿਲਕੁਲ ਮੈਨੂੰ ਪ੍ਰੋਬਲਮ ਆ ਗਈ ਆ। ਮੋਟਾਪਾ ਕਿੰਨੀਆਂ ਕੁ ਬਿਮਾਰੀਆਂ ਨੂੰ ਜਨਮ ਦੇ ਰਿਹਾ, ਔਰ ਮੋਟਾਪੇ ਨੂੰ ਕੰਟਰੋਲ ਕਰਨ ਲਈ ਕੀ ਕੀਤਾ ਜਾ ਸਕਦਾ? ਭੁੱਖੇ, ਜਿਸ ਤਰ੍ਹਾਂ ਤੁਸੀਂ ਕਿਹਾ ਮੈਂ 5 ਦਿਨ ਰੋਟੀ ਨਹੀਂ ਖਾਣੀ, ਜਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਵਿਆਹ ਦੇ ਦਿਨਾਂ ਦੇ ਵਿੱਚ ਭਾਰ ਘਟਾ ਲੈਣਾ ਅਤੇ ਬਾਅਦ 'ਚ ਫਿਰ ਉਸ ਤਰ੍ਹਾਂ ਹੀ ਹੋ ਜਾਣਾ। ਹਾਂਜੀ। ਸੋ ਇਸ ਤਰ੍ਹਾਂ ਦੀ ਜਿਹੜੀ ਟੈਂਪਰੇਰੀ ਮੈਜਰਸ ਅਤੇ ਹੋਰ ਜੋ ਤੁਸੀਂ ਮਰੀਜ਼ਾਂ ਨੂੰ ਦੇਖਦੇ ਹੋ, ਮੋਟਾਪਾ ਕਿੰਨਾ ਕੁ ਰੋਲ ਪਲੇ ਕਰ ਰਿਹਾ ਬਿਮਾਰੀਆਂ ਲਈ? ਮੋਟਾਪਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਹੁਣ ਜ਼ਿਆਦਾ, ਕਿਉਂਕਿ ਖਾਣਾ ਪੀਣਾ ਇੱਦਾਂ ਦਾ ਹੋ ਗਿਆ ਲੋਕਾਂ ਦਾ, ਅਤੇ ਰਹਿਣ ਸਹਿਣ ਇੱਦਾਂ ਦਾ ਹੋ ਗਿਆ ਕਿ ਮੋਟਾਪਾ ਹੁਣ ਚੜ੍ਹੀ ਜਾ ਰਿਹਾ, ਘੱਟਦਾ ਘੱਟ ਹੀ ਹੈਗਾ। ਅਤੇ ਇੱਕ ਐਟੀਟਿਊਡ ਵੀ ਲੋਕਾਂ ਦਾ ਇੱਦਾਂ ਹੁੰਦਾ ਕਿ ਯਾਰ ਕੋਈ ਗੱਲ ਨਹੀਂ, ਆਪਾਂ 2 ਸਾਲ ਘੱਟ ਜੀ ਲਾਂਗੇ, ਕੋਈ ਗੱਲ ਨਹੀਂ, ਆਪਾਂ ਥੋੜ੍ਹਾ ਮੋਟਾ ਹੋ ਕੇ ਖਾਣ ਨੂੰ ਆਏ ਹਾਂ। ਦੇਰ ਇਜ਼ 2 ways of looking at it, right? We live to eat or eat to live, ਅੰਗਰੇਜ਼ੀ 'ਚ ਕਹਿੰਦੀ ਇੱਕ ਸੇਇੰਗ ਹੈਗੀ। ਅਤੇ ਲੋਕੀ ਕਹਿੰਦੇ ਆ ਕਿ ਜਦ ਮੇਰੇ ਕੋਲ ਆਉਂਦੇ ਆ, ਅਤੇ ਮੈਂ ਹਰ ਵਾਰ ਇੱਦਾਂ ਫਰੇਜ਼ ਕਰਦਾ ਕਿ ਤੁਸੀਂ ਮੇਰੇ ਕੋਲ ਆਉਂਦੇ ਹੋ ਮੇਰੀ ਰਾਏ ਲੈਣ, ਜੀ, ਰਾਈਟ? ਤੁਸੀਂ ਇਸ ਲਈ ਨਹੀਂ ਆਉਂਦੇ ਕਿ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਊਗਾ। ਮੈਂ ਇਹ ਵੀ ਨਹੀਂ ਕਹਿੰਦਾ ਮੈਨੂੰ ਤੁਹਾਡੇ ਤੋਂ ਜ਼ਿਆਦਾ ਪਤਾ ਹੈ, ਇੱਕ ਪਰਟੀਕੂਲਰ ਚੀਜ਼ 'ਚ ਮੈਨੂੰ ਤੁਹਾਡੇ ਤੋਂ ਜ਼ਿਆਦਾ ਪਤਾ ਜ਼ਿੰਦਗੀ ਦੇ ਵਿੱਚ। ਵੈਸੇ ਤਾਂ ਤੁਹਾਨੂੰ ਵੀ ਮੇਰੇ ਜਿੰਨੀ ਨੌਲੇਜ ਹੁੰਦੀ ਹੈ ਇਨਸਾਨ ਚੀਜ਼ ਦਾ, ਹਿਊਮਨ ਬਾਡੀ ਬਾਰੇ। ਹਾਂਜੀ। ਅਤੇ ਸਟੱਡੀਜ਼ ਵੀ ਆਹੀ ਕਹਿੰਦੀਆਂ ਨੇ ਕਿ ਇਹ ਮੋਟਾਪੇ ਨਾਲ, ਤੁਸੀਂ ਪੁੱਛੇ ਜੀ ਕਿਹੜੀ ਬਿਮਾਰੀਆਂ, ਫੋਰ ਐਗਜ਼ਾਮਪਲ ਡਾਇਬੀਟੀਜ਼, ਰਾਈਟ, ਕੋਲੈਸਟਰੋਲ ਦੀ ਬਿਮਾਰੀ, ਹਾਰਟ ਡਿਜ਼ੀਜ਼ ਫੋਰ ਐਗਜ਼ਾਮਪਲ, ਇਹ ਸਾਰੀਆਂ, ਐਂਡ ਆਈ ਕੈਨ ਗੋ ਐਂਡ ਦ ਲਿਸਟ ਗੋਜ਼ ਔਨ, ਬਥੇਰੀਆਂ ਨੇ, ਬਹੁਤ ਸਾਰੀ। ਸਲੀਪ ਐਪਨੀਆ, ਅਸੀਂ ਸਲੀਪ ਦੇ ਬਾਰੇ ਵੀ ਥੋੜ੍ਹੀ ਦੇਰ ਬਾਅਦ ਗੱਲ ਕਰਾਂਗੇ। ਇਹ ਸਾਰੀ ਚੀਜ਼ਾਂ ਨਾ ਉਹ ਤੁਹਾਡੇ ਰਿਸਕ ਵੱਧ ਜਾਂਦੇ ਨੇ। ਦ ਰਿਸਕ ਫੈਕਟਰ ਹੁੰਦਾ ਨਾ, ਇੱਕ ਸਾਡੇ ਮੈਡੀਕਲ 'ਚ ਟਰਮ ਹੁੰਦਾ ਰਿਸਕ ਫੈਕਟਰ। ਜੇ ਇਹ ਚੀਜ਼ ਹੈਗੀ, ਤੁਹਾਡੇ ਪਰਸੈਂਟੇਜਿਸ ਵੱਧ ਜਾਂਦੇ ਨੇ ਇਹ ਅਗਲੀ ਬਿਮਾਰੀ ਹੋਣ ਦੇ। ਅਤੇ ਮੋਟਾਪੇ ਨਾਲ ਆਈ ਥਿੰਕ ਦ ਲਿਸਟ ਗੋਜ਼ ਔਨ ਐਂਡ ਔਨ ਕਿ ਕਿੰਨੀ ਹੈਗੀਆਂ। ਅਤੇ ਤਦੇ ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਮੋਟਾਪਾ ਘਟਾ ਦੋਗੇ ਅਤੇ ਕੀ ਪਤਾ ਤੁਹਾਨੂੰ 100 ਬਿਮਾਰੀਆਂ 'ਚੋਂ ਸਿਰਫ 2 ਹੋਣ, ਰਾਈਟ? ਅਤੇ ਤੁਹਾਡੇ ਰਿਸਕ ਘੱਟ ਜੂਗੇ, ਅਤੇ ਉਸ ਤੋਂ ਬਾਅਦ ਤੁਹਾਨੂੰ ਸ਼ਾਇਦ ਮੇਰੇ ਕੋਲ ਆਉਣ ਦੀ ਵੀ ਘੱਟ ਲੋੜ ਪਊਗੀ। ਅਤੇ ਹਰ ਚੀਜ਼ ਦਾ ਇਲਾਜ, ਉਹ ਵੀ ਮੈਂ ਕਹਿ ਰਿਹਾ ਨਾ ਫਿਰ ਤੋਂ ਕਿ ਬਿਮਾਰੀ ਦਾ ਇਲਾਜ ਹਰ ਵਾਰ ਗੋਲੀ ਨਹੀਂ ਹੁੰਦੀ। ਕਦੇ ਕਦੇ ਅਸੀਂ ਖੁਦ ਵੀ ਓਨਸ ਲੈ ਕੇ ਨਾ, ਓਨਸ ਮਤਲਬ ਕਿ ਅਸੀਂ ਖੁਦ ਆਪਣੇ ਉੱਤੇ ਲੈ ਕੇ ਕੋਈ ਚੀਜ਼ ਕਰੀਏ ਨਾ, ਅਤੇ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ। ਹਾਂਜੀ। ਹੁਣ ਜਿਉਂ ਨਵੇਂ ਮੁੰਡੇ ਤੁਹਾਡੇ ਵਰਗੇ ਮੈਡੀਕਲ ਡਾਕਟਰ ਬਣ ਰਹੇ ਨੇ, ਹਾਂਜੀ,
ਉਹ ਇਹੀ ਗੱਲ ਬਾਰ-ਬਾਰ ਕਹਿ ਰਹੇ ਨੇ ਹਾਂਜੀ। ਔਰ ਦਵਾਈ ਦੇ ਹੀ ਨਹੀਂ ਰਹੇ, ਬਹੁਤ ਘੱਟ ਦਵਾਈ ਦਿੰਦੇ ਆ। ਬਾਰ-ਬਾਰ ਕਹਿਣਾ ਪੈਂਦਾ, ਜਿਹੜੇ ਮੇਰੇ ਵਰਗੇ ਮਰੀਜ਼ ਜਾਂਦੇ ਤੁਹਾਡੇ ਕੋਲੇ ਵੀ ਤੂੰ ਦਵਾਈ ਤਾਂ ਕੋਈ ਦਿੱਤੀ ਨਹੀਂ ਡਾਕਟਰ ਤੁਸੀਂ ਤਾਂ ਫਿੱਟ ਹੋ ਫਿੱਟ, ਪਰ No, ਵੀ ਦਵਾਈ ਤੁਸੀਂ ਕਹਿੰਦੇ ਰਹਿੰਦੇ ਹੋ ਨਹੀਂ ਤੂੰ ਆਪਣਾ ਲਾਈਫ ਸਟਾਈਲ ਠੀਕ ਕਰ, ਤੂੰ ਆਹ ਨਾ ਖਾਇਆ ਕਰ, ਤੂੰ ਤੁਰਿਆ ਕਰ, ਤੂੰ ਸੌਣ ਤੋਂ 2 ਘੰਟੇ ਪਹਿਲਾਂ ਖਾਣਾ ਖਾਈ, ਇਹ ਵੋ। ਹਾਂਜੀ ਸਾਨੂੰ ਐਂ ਲੱਗਦਾ ਰਹਿੰਦਾ ਕਿ ਤਾਂ ਸਾਨੂੰ ਪਤਾ ਹੀ ਹੈ ਯਾਰ, ਤੂੰ ਦਵਾਈ ਕਿਹੜੀ ਦਿੱਤੀ ਆ, ਇਹਨੂੰ ਪੈਨਸਲੀਨ ਦੇ, ਐਂਟੀਬਾਇਓਟਿਕ ਤਾਂ ਦੇ। ਤੁਸੀਂ ਕਹਿੰਦੇ ਆਪਣੇ ਆਪ ਠੀਕ ਹੋ ਜਾਣਾ, 2 ਦਿਨ ਵੇਟ ਕਰੋ ਠੀਕ ਹੋ ਜਾਏਗਾ। ਮੇਰੇ ਡਾਕਟਰ ਵੀ ਇਸ ਤਰ੍ਹਾਂ ਹੀ ਕਰਦੇ ਆ। ਹੁਣ ਜਿਹੜੇ ਯੰਗ ਮੁੰਡੇ ਡਾਕਟਰ ਬਣ ਰਹੇ ਤੁਹਾਡੇ ਵਰਗੇ, ਦਵਾਈਆਂ 'ਚ ਵਿਸ਼ਵਾਸ ਨਹੀਂ ਤੁਹਾਡਾ? ਮੋਟਾਪਾ ਘਟਾਉਣ ਲਈ ਵੀ, ਜੇ ਮੈਂ ਫਰਜ਼ ਕਰੋ ਕੋਈ ਬੰਦਾ ਓਬੀਸ ਵੀ ਆ, ਮੋਟਾ ਵੀ, ਉਹਦੇ ਲਈ ਵੀ ਦਵਾਈ ਦਿਓ। ਸੀ ਦਵਾਈ ਇੱਕ ਰੋਲ ਪਲੇ ਕਰਦੀ ਆ। ਆਈ ਥਿੰਕ ਲੋਕਾਂ ਦਾ ਮਾਈਂਡਸੈਟ ਚੇਂਜ ਕਰਨ ਵਾਲਾ ਹੋ ਗਿਆ ਹੁਣ। ਅਸੀਂ ਨਵੀਂ ਜਨਰੇਸ਼ਨ ਵਾਲੇ ਡਾਕਟਰ ਜਿਹੜੇ ਬਣ ਰਹੇ ਨੇ, ਮੈਨੂੰ ਇਹ ਨਹੀਂ ਪਤਾ ਕਿ ਪੁਰਾਣੀ ਜਨਰੇਸ਼ਨ 'ਚ ਕਿੱਦਾਂ ਪੜ੍ਹਾਉਂਦੇ ਸੀ। ਸਾਨੂੰ ਨਵੀਂ ਜਨਰੇਸ਼ਨ ਦਾ ਮੈਂ ਦੱਸ ਸਕਦਾ ਕਿ ਨਵੀਂ ਜਨਰੇਸ਼ਨ 'ਚ ਇਹ ਪੜ੍ਹਾਉਂਦੇ ਨੇ ਕਿ ਹਰ ਚੀਜ਼ ਦਾ ਇਲਾਜ ਦਵਾਈ ਨਹੀਂ। ਕਦੇ ਕਦਾਰ ਅਸੀਂ ਜਦ ਲੋਕਾਂ ਨੂੰ ਕਹਿ ਕੇ ਨਾ ਬਹਿ ਕੇ 5 ਮਿੰਟ, ਮੈਂ ਕਹਿੰਦਾ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ, ਲੇਕਿਨ 5 ਮਿੰਟ ਕਿਸੇ ਪੇਸ਼ੈਂਟ ਨੂੰ ਬਹਿ ਕੇ ਸਮਝਾ ਦਿਓ ਨਾ ਕਿ ਯੂ ਹੈਵ ਟੂ ਟੇਕ ਦ ਓਨਸ ਔਨ ਯੋਰਸੈਲਫ। ਉਹੀ ਮੈਂ ਫਿਰ ਤੋਂ ਇਹ ਵਾਲੀ ਗੱਲ ਰੀਇਟਰੇਟ ਕਰ ਰਿਹਾ ਕਿ ਆਪਣੇ ਉੱਤੇ ਕੁਛ ਲਓ ਕਿ ਹਰ ਇੱਕ ਚੀਜ਼ ਦਾ ਸੋਲੂਸ਼ਨ ਦਵਾਈ ਨਹੀਂ। ਜੇ ਦਵਾਈ ਹੁੰਦੀ ਤੇ ਜਿਹੜੇ ਦ ਰਿਚ ਵੁੱਡ ਨੈਵਰ ਡਾਈ ਐਂਡ ਅਸੀਂ ਸਾਰੀ ਬਿਮਾਰੀਆਂ ਠੀਕ ਕਰ ਦਿੰਦੇ। ਲੇਕਿਨ ਸਾਡੀ ਜਿਹੜੀ ਦਵਾਈਆਂ ਵੀ ਨੇ ਨਾ, ਉਹ ਵੀ ਸਾਰੀ ਚੀਜ਼ਾਂ ਠੀਕ ਨਹੀਂ ਕਰ ਸਕਦੀਆਂ ਨੇ, ਰਾਈਟ। ਐਂਡ ਨਾਟ ਓਨਲੀ ਡਜ਼ weight loss promote healthy living, it also promotes a healthy mind, right? ਅਸੀਂ ਖੁਸ਼ ਵੀ ਰਹਿੰਦੇ ਹਾਂ ਜੇ ਅਸੀਂ ਫਿੱਟ ਰਹਿੰਦੇ ਹਾਂ, not only because we look good। ਇੱਕ ਤੇ ਉਹ ਵੀ ਹੁੰਦਾ ਨਾ ਕਿ ਅਸੀਂ ਸ਼ੀਸ਼ੇ 'ਚ ਦੇਖਦੇ ਹਾਂ, ਜਦ ਮੈਂ ਕਹਿ ਰਿਹਾ ਸੀਗਾ ਕਿ ਲੋਕੀ ਕਹਿੰਦੇ ਅਸੀਂ ਵਿਆਹ ਸ਼ਾਦੀ ਲਈ ਭਾਰ ਘਟਾਉਣਾ, ਤੇ ਉਸ ਤੋਂ ਇਲਾਵਾ ਵੀ ਜਦ ਤੁਸੀਂ ਪੋਜ਼ੀਟਿਵ ਹਾਰਮੋਨਸ ਰਿਲੀਜ਼ ਹੁੰਦੇ ਆ ਬਾਡੀ ਦੇ ਵਿੱਚ। ਇਟਸ ਅ ਨੋਨ ਫੈਕਟ ਕਿ ਜਦ ਅਸੀਂ ਭਾਰ ਘਟਾਉਂਦੇ ਹਾਂ, ਸਾਡੀ ਬਾਡੀ ਮੂਵ ਕਰਦੀ ਆ, ਤੇ ਯੂ ਲੁੱਕ ਯੰਗ, ਯੂ ਫੀਲ ਯੰਗ ਐਂਡ ਯੂ ਫੀਲ ਹੈਪੀ, ਰਾਈਟ। ਤੇ a family that eats together and stays together is a family who lives healthy together, right? ਤੇ coming back to the other argument ਕਿ ਦਵਾਈ ਕਿਉਂ ਨਹੀਂ ਦੇ ਸਕਦੇ? ਅਸੀਂ ਦਵਾਈ ਦਿੰਦੇ ਹਾਂ। ਹੁਣ ਨਵੀਂ ਦਵਾਈਆਂ ਵੀ ਆਈਆਂ ਹੈਗੀਆਂ ਮੋਟਾਪਾ ਘਟਾਉਣ ਲਈ। one of them is ਹਲੇ fully approval ਮੈਨੂੰ ਲੱਗਦਾ ਕੈਨੇਡਾ 'ਚ, don't quote me exactly, ਕਿ ਮੈਨੂੰ ਲੱਗਦਾ ਆ ਰਹੀ ਆ, US 'ਚ ਤਾਂ ਆ ਗਈ ਆ, ਤੇ ਉਹ ਇੰਜੈਕਸ਼ਨ ਦੀ ਦਵਾਈ ਹੈਗੀ। ਬਟ ਅਗੇਨ ਇਟਸ ਫॉर ਅ ਸੈਟ ਪੋਪੂਲੇਸ਼ਨ, ਸਾਰਿਆਂ ਵਾਸਤੇ ਨਹੀਂ ਹੈਗੀ। ਉਹਦੇ ਵੀ ਕ੍ਰਾਈਟੇਰੀਆ ਹੈਗੇ ਆ। ਇਹ ਇੱਕ ਡਾਇਬੀਟੀਜ਼ ਦੀ ਦਵਾਈ ਹੁੰਦੀ ਸੀਗੀ, ਤੇ ਉਹ ਫਿਰ ਉਹਨਾਂ ਨੇ ਟ੍ਰਾਂਜੀਸ਼ਨ ਕਰਕੇ ਹੁਣ weight loss ਵਾਸਤੇ ਵੀ ਲੈ ਕੇ ਆ ਰਹੇ ਆ। ਤੇ ਹੁਣ ਉਹ ਸਾਰਿਆਂ, ਇੱਕ ਮੈਂ ਕਹਿ ਰਿਹਾ ਨਾ, ਉਹ ਸਾਰਿਆਂ ਲਈ ਨਹੀਂ ਹੈਗੀ ਕਿ ਉਹਦੇ ਵਾਸਤੇ ਕੀ ਹੁੰਦਾ ਸੀ, ਲੋਕਾਂ ਦੀ ਐਪੇਟਾਈਟ ਘੱਟ ਜਾਂਦੀ ਸੀਗੀ, ਲੋਕਾਂ ਨੂੰ ਭੁੱਖ ਘੱਟ ਲੱਗਦੀ ਆ ਉਹਦੇ ਨਾਲ, ਕਿਉਂਕਿ ਲੋਕਾਂ ਨੂੰ ਉਲਟੀ ਥੋੜ੍ਹੀ ਜਿਹੀ ਆਉਂਦੀ ਹੈ, ਲੋਕਾਂ ਨੂੰ ਖਾਣ ਦਾ ਜੀਅ ਨਹੀਂ ਕਰਦਾ। ਐਂਡ ਦੈਨ ਦੈਟ ਬ੍ਰਿੰਗਸ ਅਪ ਟੂ ਦੀ ਅਦਰ ਆਰਗੂਮੈਂਟ ਕਿ ਕਦੇ ਕਦਾਰ ਨਾ ਅਸੀਂ ਖਾਂਦੇ ਹਾਂ ਕਿਉਂਕਿ ਸਾਨੂੰ ਭੁੱਖ ਲੱਗਦੀ ਆ। ਥੋੜ੍ਹਾ ਜਿਹਾ ਖਾਓਗੇ ਘੱਟ, ਭੁੱਖ ਥੋੜ੍ਹੀ ਜਿਹੀ ਰਹੂਗੀ, ਉਹਦੇ ਨਾਲ ਕੁਛ ਹੋ ਨਹੀਂ ਜਾਊਗਾ ਕਿਸੇ ਦਾ। ਬਾਡੀ ਦੇ ਰਿਜ਼ਰਵ ਬਹੁਤ ਹੈਗੇ ਆ। ਥੋੜ੍ਹੀ ਭੁੱਖ, ਜਦ ਤੁਸੀਂ weight loss ਕਰਦੇ ਨਾ, ਭੁੱਖਾ ਰਹਿਣਾ ਥੋੜ੍ਹਾ ਸਿੱਖਣਾ ਪੈਂਦਾ ਕਿ ਥੋੜ੍ਹੇ ਜਿਹੇ ਥੋੜ੍ਹੀ ਦੇਰ, ਮਹੀਨਾ 1-ਆਧ ਘੰਟਾ ਤੇ ਭੁੱਖਾ ਵੀ ਰਹੋਗੇ ਤੇ ਕੁਛ ਨਹੀਂ ਹੋਣਾ ਤੁਹਾਨੂੰ। ਥੋੜ੍ਹਾ ਪਾਣੀ ਪੀ ਲਿਓ, ਥੋੜ੍ਹਾ ਹੋਰ ਕੁਛ ਸਟ੍ਰੈਟਜੀਜ਼ ਬਣਾਓ ਕਿ ਜਿੱਦਾਂ ਹੀ ਭੁੱਖ ਲੱਗੇ ਮਾਈਂਡ ਨੂੰ ਸਿਗਨਲ ਆ ਜਾਂਦਾ, ਫ੍ਰਿਜ 'ਚ ਬੰਦਾ ਭੱਜ ਜਾਂਦਾ ਕੁਛ ਲੈਣ, ਜਾਂ ਕੋਈ ਸਨੈਕਿੰਗ ਕਰਨ ਲੱਗ ਪੈਂਦਾ। ਸੋ coming up with strategies and coming up with the mindset is a big key for success. ਸੋ ਜਿਹੜੀਆਂ ਇਹ ਦਵਾਈਆਂ ਨੇ, ਤੁਸੀਂ ਤਾਂ ਹੁਣ ਕੈਨੇਡੀਅਨ ਡਾਕਟਰ ਹੋ, ਪਰ ਅਮਰੀਕਾ ਦੇ ਵਿੱਚ ਜਿਹੜੀਆਂ ਦਵਾਈਆਂ ਆਈਆਂ ਨੇ ਮੋਟਾਪਾ ਘਟਾਉਣ ਦੀਆਂ, ਜਿਹੜੀ ਤੁਸੀਂ ਦੱਸਿਓ ਕਿ ਸ਼ੂਗਰ ਵਾਲੀ ਦਵਾਈ ਤਾਂ ਬਣੀ ਆ, ਉਹਦੀ ਕੋਈ? ਹਾਂਜੀ ਮੈਂ ਆਪਣੇ ਪੇਸ਼ੈਂਟਾਂ ਨੂੰ ਵੀ ਦਿੱਤੀ, ਇੱਥੇ ਵੀ ਮੈਂ ਦਿੱਤੀ ਆ। ਅੱਛਾ। ਹਾਂਜੀ, ਮੈਂ ਆਪਣੇ ਪੇਸ਼ੈਂਟਾਂ ਨੂੰ ਵੀ ਦਿੱਤੀ ਆ। ਤੇ ਇਫੈਕਟਿਵ ਆ? See, it's effective for certain people. ਮੈਂ ਹਰ ਬੰਦੇ ਨੂੰ ਨਹੀਂ ਦਿੰਦੇ, ਹਰ ਔਰਤ ਨੂੰ ਨਹੀਂ ਦਿੰਦਾ। ਉਲਟੀ ਆ ਜਾਂਦੀ ਉਹਦੇ ਨਾਲ? ਉਲਟੀ ਆ ਜਾਂਦੀ ਆ, ਉਹਦੀ ਆਪਣਾ ਕੀ ਕਹਿੰਦੇ, ਉਹਦੀ ਜਿਹੜੀ ਆਪਣਾ ਡਿਵੈਲਪਮੈਂਟ ਸੀਗੀ, ਉਹ weight loss ਵਾਸਤੇ ਨਹੀਂ ਸੀਗੀ, ਉਹਦੀ ਡਿਵੈਲਪਮੈਂਟ ਸੀਗੀ ਡਾਇਬੀਟੀਜ਼ ਕੰਟਰੋਲ ਵਾਸਤੇ ਸੀ। ਸਾਈਡ ਇਫੈਕਟ ਸੀ ਇਹਦੇ? ਸਾਈਡ ਇਫੈਕਟ, ਹਾਂਜੀ। ਤੇ ਉਹ ਕਹਿੰਦੇ ਨਾ ਆਫ ਲੇਵਲ ਯੂਜ਼ ਕਹਿੰਦੇ ਆ ਸਾਡੇ, ਕਿ ਇਹਦੇ ਵਾਸਤੇ ਨਹੀਂ ਸੀਗੀ, ਲੇਕਿਨ ਇਹ ਦੇਖਿਆ ਕਿ ਲੋਕੀ ਭਾਰ ਘਟਾਉਣ ਲੱਗ ਪੈਂਦੇ ਸੀ ਜਦ ਉਹਨਾਂ ਨੂੰ ਇਹ ਦਿੱਤੀ ਸੀਗੀ ਦਵਾਈ। ਫਿਰ ਲੋਕੀ ਕਹਿੰਦੇ ਬੜੀ ਚੰਗੀ ਚੀਜ਼ ਆ। ਤੇ ਫਿਰ ਜਦ ਫਿਰ ਉਹੀ ਕੰਪਨੀ ਨੇ ਉਹਨੂੰ ਰੀਬ੍ਰਾਂਡ ਕਰਕੇ ਸੇਮ ਦਵਾਈ ਨੂੰ ਨਾਮ ਚੇਂਜ ਕਰਕੇ ਹੁਣ ਦੇ ਰਿਹਾ। ਅੱਛਾ, ਦੂਸਰੇ ਪਾਸੇ ਹੁਣ ਕਈ ਲੋਕਾਂ ਦੀ ਆਰਗੂਮੈਂਟ ਇਹ ਆ ਕਿ ਜਿਹੜੀ ਐਕਸਰਸਾਈਜ਼ ਆ ਉਹ ਮਹੱਤਵਪੂਰਨ ਆ। ਐਕਸਰਸਾਈਜ਼ ਨਾਲ ਹੀ ਬੰਦਾ ਹੈਲਥੀ ਰਹਿ ਸਕਦਾ, ਬਿਮਾਰੀਆਂ ਤੋਂ ਰਹਿਤ ਹੋ ਸਕਦਾ। ਕਈ ਲੋਕਾਂ ਨੇ ਦੱਸਿਆ, ਜਿਹੜੇ ਐਥਲੀਟਸ ਨੇ, ਕਿ ਜੇ ਮੇਰਾ ਸਿਰ ਵੀ ਦੁਖਣ ਲੱਗ ਪਵੇ, ਉਹ ਕਹਿੰਦਾ ਮੈਂ ਭੱਜਣ ਚਲਿਆ ਜਾਂਦਾ,
ਮੈਂ ਐਕਸਰਸਾਈਜ਼ ਕਰਨ ਲੱਗ ਪੈਂਦਾ, ਮੈਨੂੰ ਕੋਈ ਵੀ ਬਿਮਾਰੀ ਹੋਵੇ ਮੈਂ ਐਕਸਰਸਾਈਜ਼ ਕਰਨਾ ਮੈਂ ਠੀਕ ਹੋ ਜਾਂਦਾ। ਹੁਣ ਰੀਅਲੀ ਐਕਸਰਸਾਈਜ਼ ਵੀ ਕਈ ਬਿਮਾਰੀਆਂ ਦੀ ਕੋਈ ਇਲਾਜ ਹੈ? ਡੈਫੀਨਿਟਲੀ ਦਵਾਈਆਂ ਤਾਂ ਅਸੀਂ ਸੁਣੀਆਂ ਨੇ ਕਿ ਪੈਨਸਲਿਨ, ਟੈਰਾਮਾਈਸਿਨ, ਇਹ ਉਹ ਠੀਕ ਕਰ ਦਿੰਦੀਆਂ ਬਥੇਰੀਆਂ ਨੇ। ਹਾਂਜੀ ਹਾਂ, ਪਰ ਕੀ ਐਕਸਰਸਾਈਜ਼ ਵੀ ਇੱਕ ਮੈਡੀਸਨ ਵਾਂਗੂ ਕੰਮ ਕਰਦੀ ਹੈ? ਡੈਫੀਨਿਟਲੀ ਉਹੀ ਮੈਂ ਤੁਹਾਡੇ ਨਾਲ ਜਦ ਥੋੜ੍ਹੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਅਸੀਂ ਗੱਲ ਕੀਤੀ ਸੀ ਨਾ ਕਿ ਜਿਹੜੀ ਹੁਣ ਮਾਡਰਨ ਸੋਸਾਇਟੀ ਦੇ ਵਿੱਚ ਸਾਡਾ ਬਹਿਣਾ ਬਹੁਤ ਜ਼ਿਆਦਾ ਹੋ ਗਿਆ, ਬੈਠੇ ਰਹਿੰਦੇ ਆ ਤੇ ਸਿਟਿੰਗ ਐਪੀਡੈਮਿਕ ਅੰਗਰੇਜ਼ੀ ਦਾ ਵਰਡ ਹੈ। ਉੱਠਣਾ ਕਾਰ 'ਚ ਬੈਠਣਾ, ਕਾਰ 'ਚ ਉੱਠਣਾ, ਘਰੇ ਸੋਫੇ ਤੇ ਬੈਠ ਜਾਣਾ। ਹਾਂਜੀ, ਤੁਸੀਂ ਦੱਸ ਨਹੀਂ ਸੀ ਕਿ 40 ਫਲੋਰ ਤੇ ਕੋਈ ਕੰਮ ਕਰਦਾ ਜਾਂ 20ਵੇਂ ਫਲੋਰ ਤੇ ਘਰੇ ਰਹਿੰਦਾ ਤੇ ਉਹ ਜਾਂਦੀ ਲੇਡੀ ਆ, ਉਹ ਜਾਂਦੇ ਨੇ ਥੱਲੇ ਜਾਂਦੇ ਨੇ ਐਲੀਵੇਟਰ ਲੈ ਕੇ, ਗੱਡੀ 'ਚ ਬਹਿ ਕੇ ਫਿਰ ਉੱਤੇ ਪਹੁੰਚ ਕੇ ਫਿਰ ਐਲੀਵੇਟਰ ਲੈ ਕੇ ਉੱਤੇ ਚੱਲ ਜਾਂਦੇ ਨੇ। ਸੋ sitting is a huge contributor to weight gain, and then of course with the weight gain ਤੁਹਾਨੂੰ heart disease ਤੇ ਜਿਹੜੀ ਮੈਂ ਬਿਮਾਰੀਆਂ ਦੱਸੀਆਂ ਸੀਗੀਆਂ ਉਹ ਹੋ ਜਾਂਦੀਆਂ ਨੇ। So the way exercise becomes a good form of medication, ਜੈਸੀ ਕਹਿ ਲਈਏ, is because it one promotes weight loss, right? Two promotes good hormones release. Three, it improves your everyday life, whereby ਤੁਸੀਂ ਇੱਕ ਟੈਂਜੀਬਲ ਚੀਜ਼ ਦੇਖਦੇ ਹੋ ਨਾ ਕਿ ਮੈਂ ਭੱਜਦਾ ਸੀਗਾ ਕੱਲ੍ਹ ਅਤੇ ਮੈਂ ਇੱਕ ਮੀਲ 5 ਮਿੰਟ 'ਚ ਭੱਜ ਲਿਆ, ਹੁਣ ਅਗਲੇ ਦਿਨ ਮੈਂ 4 ਮਿੰਟ 50 ਸੈਕਿੰਡ 'ਚ ਭੱਜ ਲਿਆ, ਅਤੇ 10 ਸੈਕਿੰਡ ਦਾ ਜਿਹੜਾ ਫਾਸਲਾ ਸੀਗਾ ਉਹ ਜਿਹੜਾ ਭੱਜਦਾ ਉਹਨੂੰ ਪਤਾ ਬਥੇਰਾ ਹੁੰਦਾ, ਰਾਈਟ? ਸੋ ਇਟ ਗਿਵਸ ਯੂ ਗੋਲਸ। ਜ਼ਿੰਦਗੀ 'ਚ ਗੋਲਸ ਹੁੰਦੇ ਆ ਨਾ, ਉਹ ਕਦੇ ਲੋਕ ਆਪਣੇ ਆਪ ਨਾਲ ਬਣਾਉਂਦੇ ਨੇ ਕਿ ਮੈਂ ਇਸ ਬੰਦੇ ਨਾਲ ਜਾਂ ਇਸ ਮਾਈ ਫਰੈਂਡ ਆਈ ਵਾਂਟ ਟੂ ਕੰਪੀਟ। ਹੁਣ ਨਵੇਂ ਐਪਸ ਆ ਗਏ ਨੇ, ਸਟਰਾਵਾ ਕਰਕੇ, ਹੋਰ ਬਥੇਰੇ ਐਪਸ ਨੇ ਕਿ ਲੋਕ ਇੱਕ ਦੂਜੇ ਨਾਲ ਕੰਪੀਟ ਕਰਨ ਲੱਗ ਪਏ। ਸੋ ਅਗੇਨ ਐਕਸਰਸਾਈਜ਼ ਕੈਨ ਬੀ ਲੁਕਡ ਐਟ ਫਰਮ ਅ ਪਰਸਪੈਕਟਿਵ ਆਫ ਇੱਕ ਹੈਲਥੀ ਲਿਵਿੰਗ ਬਟ ਆਲਸੋ ਏ ਅਚੀਵੇਬਲ ਗੋਲ ਇਨ ਲਾਈਫ, ਰਾਈਟ? ਤੇ ਲਾਈਕ ਯੂ ਸੈਡ ਇਟਸ ਅ ਮੈਡੀਕੇਸ਼ਨ, ਐਂਡ ਅਸੀਂ ਇੱਕ ਰეკਮੈਂਡੇਸ਼ਨ ਜਿਹੜੀ ਹੁੰਦੀ ਹੈ ਨਾ ਸਾਡੇ ਮੈਡੀਕਲ ਲਾਈਨ ਦੇ ਵਿੱਚ, ਅਸੀਂ ਪੇਸ਼ੈਂਟਾਂ ਨੂੰ ਦੱਸਦੇ ਹਾਂ ਕਿ ਕਿੰਨੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਾਨੂੰ। ਅਸੀਂ ਕਹਿੰਦੇ ਕਿ 150 ਮਿੰਟ ਹਫਤੇ ਦੀ, 150 ਮਿੰਟ ਹਫਤੇ ਦੀ। ਸੋ ਵਾਟ ਇਜ਼ ਦਾ ਲੁੱਕ ਲਾਈਕ ਐਵਰੇਜ ਬੰਦੇ ਲਈ, ਜਾਂ ਐਵਰੇਜ ਇਨਸਾਨ ਲਈ ਇਹ ਲੱਗਦਾ ਕਿ ਅਬਾਊਟ 30 ਮਿੰਟਸ ਅਬਾਊਟ 5 days a week। ਜ਼ਰੂਰੀ ਨਹੀਂ ਕਿ 5 ਲਗਾਤਾਰ ਦਿਨ ਹੋਣ, ਮੰਡੇ ਟਿਊਜ਼ਡੇ ਕਰ ਲਓ, ਵੈਨਸਡੇ ਛੁੱਟੀ ਲੈ ਲਓ, ਫਿਰ ਥਰਸਡੇ ਫਰਾਈਡੇ ਕਰ ਲਿਓ, ਅਤੇ ਹਫਤੇ ਦੇ ਵਿੱਚ 150 ਮਿੰਟ ਕਰੋ। ਲੇਕਿਨ ਉਹ ਵੀ ਮੈਟਰ ਕਰਦਾ ਕਿ ਕਿੰਨੀ ਇੰਟੈਂਸਿਟੀ 'ਤੇ ਕਰਦੇ ਹੋ। ਇਹ ਨਹੀਂ ਕਿ ਮੈਂ ਤੁਰਨ ਚੱਲ ਗਿਆ ਤੇ ਚਲੇ ਗਏ। ਹਾਂ, ਤੁਸੀਂ there's obviously a role ਕਿ I start slow, start low, go slow, ਕਿ ਜਿਸ ਇਨਸਾਨ ਨੇ ਇੰਨੇ ਸਾਲ ਨਹੀਂ ਕੀਤੀ, ਫੋਰ ਐਗਜ਼ਾਮਪਲ ਸਾਡੇ ਵਿਊਅਰਸ ਹੋਊਗੇ ਜਿਹੜੇ ਨਹੀਂ ਕਰਦੇ ਹੋਗੇ ਇੰਨੇ, and there's nothing wrong with that as long as you're willing to make the change, ਕਿ ਅਸੀਂ ਆਈਡੈਂਟੀਫਾਈ ਕਰਦੇ ਕਿ ਚੇਂਜ ਸਾਨੂੰ ਚਾਹੀਦਾ ਅਗੇਨ। ਅਤੇ ਪਹਿਲਾਂ ਤੁਰਨਾ ਸ਼ੁਰੂ ਕਰੋ, ਫਿਰ ਉਸ ਤੋਂ ਬਾਅਦ ਇੰਟੈਂਸਿਟੀ ਵਧਾਓ। ਇੰਟੈਂਸਿਟੀ ਕਿੱਦਾਂ ਵੱਧ ਸਕਦੀ ਹੈ? ਇੱਕ ਤਾਂ ਹੈਗੀ ਤੁਰਨਾ, ਹੋਰ ਤੇਜ਼ ਤੁਰਨਾ ਸ਼ੁਰੂ ਕਰੋ। ਇੱਕ ਹੁੰਦਾ ਭੱਜਣਾ ਸ਼ੁਰੂ ਕਰੋ। ਇੱਕ ਹੁੰਦਾ ਕਿ ਹਿੱਲ ਦੇ ਉੱਤੇ ਚਲੋ, ਕਿਉਂਕਿ ਜ਼ਿਆਦਾ ਜਾਨ ਲੱਗਦੀ ਆ। ਅਤੇ ਲੋਕੀ ਨਾ ਬਥੇਰੇ ਮੈਂ ਦੇਖਦਾ ਜਿਹੜੇ ਤੁਰਦੇ ਆ ਟਰੈਕ 'ਤੇ ਵੀ, ਫੋਰ ਐਗਜ਼ਾਮਪਲ, ਜਾਂ ਜਿਮ 'ਚ ਵੀ ਆਉਂਦੇ ਆ, ਉਹ ਥੱਕਣਾ ਨਹੀਂ ਚਾਹੁੰਦੇ। ਇੱਕ ਥਕਾਨ ਹੁੰਦੀ ਹੈ ਨਾ, ਇਨਸਾਨ ਨੂੰ ਥੱਕਣਾ, ਅੱਛਾ ਸਾਹ ਚੜ੍ਹ ਜਾਂਦਾ, ਲੇਕਿਨ ਇਹ ਸਾਹ ਚੜ੍ਹਾਉਣਾ ਨਾ, ਲਾਈਕ ਸਾਡੇ ਦੂਜੇ ਮਸਲਸ ਹੈਗੇ ਬੋਡੀ ਦੇ ਵਿੱਚ, ਹਾਰਟ ਵੀ ਇੱਕ ਮਸਲ ਹੈਗਾ। ਹਾਰਟ ਦੀ ਜਦ ਤੱਕ ਧੜਕਣਾ ਸੁਣਨ ਨਹੀਂ ਦਿੰਦੀਆਂ ਨੇ, ਪੈਲਪੀਟੇਸ਼ਨ ਅਸੀਂ ਕਹਿੰਦੇ ਨੇ, ਜਦ ਤੱਕ ਥੋੜ੍ਹੀ ਜਿਹੀ ਉਹ ਨਾ ਹੋਣ ਨਾ, ਤਦ ਤੱਕ ਤੁਹਾਡੀ ਇੰਟੈਂਸਿਟੀ ਘੱਟ ਹੈਗੀ। ਜੇ ਮੈਂ ਜਾਂ ਤੁਸੀਂ ਨਾਲ ਤੁਰ ਰਹੇ ਹਾਂ, ਐਕਸਰਸਾਈਜ਼ ਕਰ ਰਹੇ ਹਾਂ, ਜੇ ਅਸੀਂ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ ਨਾ ਪੂਰਾ ਟਾਈਮ, ਉਹਦਾ ਮਤਲਬ ਹੈਗਾ ਕਿ ਇਟਸ ਅ ਗੁੱਡ ਵੇ ਟੂ ਮੈਜਰ ਕਿ ਅੱਧਾ ਘੰਟਾ ਰੋਜ਼, ਹਾਫ ਐਨ ਆਵਰ ਰੋਜ਼ ਰਿਗਰਸ ਐਕਸਰਸਾਈਜ਼, ਮੋਡਰੇਟ ਰਿਗਰਸ ਨਹੀਂ, ਮੋਡਰੇਟ, ਅੱਛਾ ਠੀਕ ਹੈਗੀ। ਆਪਣੇ ਆਪ ਨੂੰ ਮਾਰੋ ਵੀ ਨਾ, ਬਟ ਇਹ ਕਰੋ ਕਿ ਦਰਮਿਆਨੀ ਐਕਸਰਸਾਈਜ਼ ਜਿਹੜੀ ਸਾਹ ਚੜ੍ਹੇ। ਹਾਂਜੀ, ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਕਿ ਸਾਨੂੰ ਇੰਨਾ ਚਾਹ ਚੜ੍ਹ ਰਿਹਾ। ਹਾਂਜੀ, ਦੈਟਸ ਅ ਗੁੱਡ ਵੇ ਆਫ ਲੁਕਿੰਗ ਐਟ ਇਟ। ਅੱਛਾ। ਹਾਂਜੀ, ਇੰਨੀ ਹੋਣੀ ਚਾਹੀਦੀ ਆ। ਫਿਰ ਉਹ ਠੀਕ ਆ। ਉਹਦੇ ਨਾਲ ਦਿਸਦਾ ਕਿ ਹੈਲਥ ਬੈਨੀਫਿਟਸ ਵੀ ਆਉਂਦੇ ਨੇ ਅਤੇ ਵੇਟ ਲੋਸ ਵੀ ਆਉਂਦਾ, ਅਤੇ ਬਾਕੀ ਸਾਰੀ ਚੀਜ਼ਾਂ ਜਿਹੜੀ ਮੈਂ ਦੱਸ ਰਿਹਾ ਉਹ ਸਾਰੀਆਂ ਆਉਂਦੀਆਂ ਨੇ। ਫਿਰ ਉਹ ਆਇਰਨ ਪੰਪ ਕਰਨ ਦੀ ਲੋੜ ਨਹੀਂ ਹੈ, ਅਤੇ ਆਇਰਨ ਪੰਪ ਕਰਨ ਦੀ ਵੀ ਲੋੜ ਹੈਗੀ। ਅਤੇ ਇਹ ਹੈਗੀ 5 ਦਿਨ ਮੈਂ ਜਿਹੜੀ ਦੱਸਿਆ ਨਾ, ਉਹਦੇ ਵਿੱਚ ਯੂ ਕੈਨ ਡੂ ਕਾਰਡੀਓ ਫੋਰ ਐਗਜ਼ਾਮਪਲ 3 days a week, ਐਂਡ 2 days ਦੀ ਅਸੀਂ ਕਹਿੰਦੇ ਹਾਂ ਕਿ ਸਟਰੈਂਥ ਟ੍ਰੇਨਿੰਗ ਕਹਿੰਦੇ ਹਾਂ। ਆਇਰਨ ਜ਼ਰੂਰੀ ਨਹੀਂ, ਤੁਸੀਂ ਪੁਸ਼ਅਪ ਕਰ ਲਓ, ਤੁਸੀਂ ਬੋਡੀ ਵੇਟ ਪੁੱਲ ਅਪਸ ਕਰ ਲਿਓ। ਜ਼ਰੂਰੀ ਨਹੀਂ ਹਰ ਚੀਜ਼ ਵਾਸਤੇ ਜਿਮ ਜਾਣਾ। ਤੁਸੀਂ ਇਨਸਾਨ ਪਹਿਲਾਂ ਵੀ ਜਿੰਦੇ ਸੀ ਜਿਮ ਤੋਂ ਪਹਿਲਾਂ, ਤਦ ਵੀ ਹੈਲਥੀ ਰਹਿੰਦੇ ਸੀ, ਅਤੇ ਹੁਣ ਵੀ ਰਹੋਗੇ। ਜੇ ਜਿਮ ਕਿਸੇ ਇਨਸਾਨ, ਮੈਨੂੰ ਬੜੇ ਲੋਕ ਜਾਣਦੇ ਜੀ, ਕਹਿੰਦੇ ਸਾਨੂੰ ਜਿਮ ਦਾ ਕੀੜਾ ਹੈਗਾ, ਸਾਨੂੰ ਪਸੰਦ ਨਹੀਂ ਹੈਗਾ, ਅਤੇ ਉਹ ਜਾਂਦੇ ਨਹੀਂ ਹੈ। ਮੈਂ ਕਹਿੰਦਾ ਫਿਰ ਉਹ ਪਾਰਕ 'ਚ ਕਰ ਲਓ। ਬਟ ਕਮਿੰਗ ਅਪ ਵਿਦ ਸਟ੍ਰੈਟਜੀਜ਼ ਟੂ ਵਟ ਸੂਟਸ ਯੂ ਐਂਡ ਵਟ ਕੀਪਸ ਯੂ ਸਕਸੈਸਫੁਲ ਫॉर ਲੌਂਗ ਟਾਈਮ, ਉਹ ਬਹੁਤ ਇੰਪੋਰਟੈਂਟ ਹੈਗਾ। ਡਾਕਟਰ ਸਾਹਿਬ, ਜਿਹੜਾ ਡਾਇਟ ਆ, ਮੈਂ ਸੁਣਿਆ ਕਿ ਐਕਸਰਸਾਈਜ਼ ਤਾਂ 30% ਜਾਂ 70% ਡਾਇਟ ਆ, ਇਹ ਗੱਲ ਠੀਕ ਆ?
ਹਾਂਜੀ ਕੁਝ ਹੱਦ ਤੱਕ ਇਹ ਵੀ ਗੱਲ ਇੱਕਦਮ ਠੀਕ ਹੈਗੀ ਬਟ ਆਈ ਥਿੰਕ ਸਾਡੇ ਭਾਈਚਾਰੇ 'ਚ ਜਿਹੜਾ ਹੈਗਾ ਕਿ ਐਕਸਰਸਾਈਜ਼ ਤਾਂ ਅਸੀਂ ਕਰਦੇ ਹੀ ਨਹੀਂ ਮੈਜੋਰਿਟੀ ਆਫ ਦ ਟਾਈਮ ਅਤੇ ਫਿਰ ਡਾਇਟ ਹੀ ਰਹਿ ਜਾਂਦੀ ਹੈ ਫਿਰ ਸਾਡੀ ਡਾਇਟ ਹੀ 100% ਹੋ ਜਾਂਦੀ ਆ ਅਤੇ ਸਾਨੂੰ ਇੱਕ ਕੌਨਸੈਪਟ ਹੈਗਾ ਨਾ ਕਿ ਅਸੀਂ ਬੜੀ ਚੀਜ਼ਾਂ ਸਿੱਖਦੇ ਹਾਂ ਕਦੇ ਕਦਾਰ ਨਾ ਸਾਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਕਿੰਨਾ ਖਾਣਾ ਇਨਫ ਹੈਗਾ ਕਿੰਨਾ ਖਾਣਾ ਚਾਹੀਦਾ ਅਸੀਂ ਤਦ ਤੱਕ ਕਦੇ ਖਾਂਦੇ ਰਹਿੰਦੇ ਜਦ ਤੱਕ ਸਾਨੂੰ ਚੰਗਾ ਨਹੀਂ ਲੱਗਦਾ ਜਦ ਤੱਕ ਪੇਟ ਨਹੀਂ ਭਰਦਾ ਸਾਡਾ ਕੁਝ ਲੋਕਾਂ ਦਾ ਇਹ ਹੁੰਦਾ ਕਿ ਜਦ ਤੱਕ ਮੇਰੀ ਪਲੇਟ ਨਹੀਂ ਖਤਮ ਹੁੰਦੀ ਜਿੰਨਾ ਮੈਂ ਲੈ ਲਿਆ ਰੱਜ ਕੇ ਖਾਓ ਅਤੇ ਫਿਰ ਰੱਜ ਕੇ ਸੋ ਰਾਈਟ ਸਾਨੂੰ ਇਹ ਦੋ ਚੀਜ਼ਾਂ ਨੇ ਅਤੇ ਮੈਂ ਇੱਕ ਸੈਕਿੰਡ ਲੈ ਕੇ ਨਾ ਤੁਹਾਨੂੰ ਇੱਕ ਚੀਜ਼ ਚਾਹੁੰਦਾ ਕਿ ਅਸੀਂ ਜਦ ਤੁਸੀਂ ਜਾਂਦੇ ਹੋ ਸਟੋਰ 'ਤੇ ਵੀ ਆ ਅੱਜ ਕੱਲ੍ਹ ਨਿਊਟ੍ਰੀਸ਼ਨ ਫੈਕਟਸ ਤੁਸੀਂ ਕਦੇ ਦੇਖੇ ਹੋਗੇ ਹਰ ਲੇਵਲ ਦੇ ਹੁੰਦਾ ਉਹ ਕੈਨੇਡੀਅਨ ਜਿਹੜੀ ਆ ਫੂਡ ਸੁਸਾਇਟੀ ਹੈਗੀ ਉਹਨਾਂ ਨੇ ਦੱਸਿਆ ਕਿ ਹਰ ਇੱਕ ਚੀਜ਼ ਦੇ ਉੱਤੇ ਅਸੀਂ ਦੱਸਣਾ ਕਿ ਇਹਦੇ ਵਿੱਚ ਕੀ ਹੈਗਾ ਅਤੇ ਹਰ ਚੀਜ਼ ਦੇ ਉੱਤੇ ਇੱਕ ਲਿਖਿਆ ਹੁੰਦਾ ਕੈਲੋਰੀ ਯੰਗ ਮੁੰਡੇ ਕੁੜੀਆਂ ਪੜ੍ਹਦੇ ਵੀ ਆ ਫਿਰ ਹਾਂਜੀ ਮੈਂ ਬਹੁਤ ਪੜ੍ਹਦਾ ਆਮ ਕਾਈਂਡ ਆਫ ਅਬਸੈਸਡ ਸਮਟਾਈਮਸ ਕਿ ਇੱਕ ਬੰਦਾ ਕਹਿੰਦਾ ਕਿ ਖਾ ਹੀ ਲਾ ਕੋਈ ਗੱਲ ਨਹੀਂ ਜਿਹੜੀ ਮਿਠਾਈਆਂ ਜਿਹੜੀ ਦੁਕਾਨ ਦੇ ਉੱਥੇ ਲਿਖਿਆ ਨਹੀਂ ਹੁੰਦਾ ਨਾ ਕਿੰਨੀ ਕਰਤਾ ਦੇ ਲੋਕ ਥੋੜ੍ਹੀ ਜ਼ਿਆਦਾ ਵੀ ਖਾ ਲੈਂਦੇ ਨੇ ਅਤੇ ਕੈਲਰੀ ਕੀ ਹੁੰਦਾ ਕੈਲਰੀ ਮੈਂ ਕੈਮਿਸਟਰੀ ਵਾਲੀ ਡੈਫੀਨੇਸ਼ਨ ਨਹੀਂ ਪ੍ਰੈਕਟੀਕਲ ਡੈਫੀਨੇਸ਼ਨ ਦੱਸਦਾ ਕੈਲਰੀ ਇਹ ਚੀਜ਼ ਹੁੰਦੀ ਹੈ ਕਿ ਇੱਕ ਐਨਰਜੀ ਦਾ ਸੋਰਸ ਹੁੰਦੀ ਹੈ ਜਿਹੜੀ ਬੋਡੀ ਨੂੰ ਚਾਹੀਦੀ ਹੁੰਦੀ ਆ ਰਫਲੀ 1800 to 2000 ਚਾਹੀਦੀਆਂ ਹੁੰਦੀਆਂ ਨੇ ਐਵਰੇਜ ਬੰਦੇ ਨੂੰ ਜਾਂ ਔਰਤ ਨੂੰ ਇੱਕ ਬੋਡੀ ਲਈ ਅਤੇ ਉਹਦੇ ਕੌਨਸੈਪਟ ਇੱਕ ਮੈਂ ਮਨੀ ਵਾਂਗੂ ਤੁਹਾਨੂੰ ਸਮਝਾਉਣਾ ਕਿ ਕਰੰਸੀ ਜੇ ਹੁੰਦੀ ਨਾ ਕੈਲਰੀ ਅਤੇ ਫਿਰ ਅਸੀਂ ਜ਼ਿਆਦਾ ਸਮਝਦੇ ਫੋਰ ਐਗਜ਼ਾਮਪਲ ਅਸੀਂ ਕੰਮ ਕਰਦੇ ਸੀ ਲੈਟਸ ਜਸਟ ਸੇ ਮਿਨੀਮਮ ਵੇਜ ਸਾਡੀ ਹੋ ਜਾਂਦੀ $100 an hour ਈਜ਼ੀ ਟੂ ਵਰਕ ਵਿਥ ਅਤੇ ਇੱਕ ਬੰਦਾ 1 ਘੰਟਾ ਕੰਮ ਕਰੇ ਅਤੇ $100 ਬਣ ਜਾਂਦਾ ਜੇ ਉਹ $100 ਨਾਲ ਤੁਸੀਂ ਇੰਨਾ ਹੀ ਖਾਣਾ ਖਾ ਸਕਦੇ ਹੋ ਕਿ 100 ਕੈਲਰੀ ਵਾਂਗੂ ਖਾਣਾ ਮਿਲ ਜੂਗਾ ਤੁਹਾਨੂੰ ਉਹ $100 ਦੇ ਕੇ ਫਿਰ ਇਨਸਾਨ ਜਦ ਕੁਝ ਖਾਂਦਾ ਨਾ ਬੰਦਾ ਸੋਚ ਸਮਝ ਕੇ ਖਾਂਦਾ ਕਿ ਯਾਰ ਮੇਰੇ ਕੋਲ ਸਿਰਫ $100 ਹੈਗੇ ਅਤੇ 100 ਕੈਲਰੀਆਂ ਨੇ ਮੈਨੂੰ ਬੜੀ ਆਰਾਮ ਨਾਲ ਇਹਨੂੰ ਮੈਂ ਛਕਾਂ ਅਤੇ ਬੋਡੀ 'ਚ ਪਾਵਾਂ ਅਤੇ ਗੱਲ ਕੀ ਹੁੰਦੀ ਹੈ ਕਿ ਇਹ $100 ਕਮਾਉਣ 'ਚ ਕਿਉਂਕਿ ਇਨਸਾਨ ਨੂੰ ਪਤਾ ਕਿੰਨੀ ਮਿਹਨਤ ਲੱਗਦੀ ਆ ਨਾਓ ਇਫ ਯੂ ਟ੍ਰਾਂਜੀਸ਼ਨ ਦੈਟ ਇਨਟੂ ਦੀ ਅਦਰ ਸਾਈਡ ਕਿ ਹੁਣ ਇਹ 100 ਕੈਲਰੀ ਸਾਨੂੰ ਬਰਨ ਕਰਨੀ ਕਿੰਨੀ ਦੇਰ ਲੱਗਦੀ ਜੇ ਐਕਸਰਸਾਈਜ਼ ਤੋਂ ਕਰਦੇ ਹਾਂ ਇੱਕ ਉਹ ਘੰਟਾ ਹੀ ਲੱਗ ਜਾਂਦਾ ਕਦੇ ਕਦਾਰ ਕੁਛ ਲੋਕਾਂ ਨੂੰ ਡਿਪੈਂਡਿੰਗ ਕਿੰਨੀ ਇੰਟੈਂਸਿਟੀ 'ਤੇ ਕਰਦੇ ਨਾ 100 ਕੈਲਰੀ ਬਰਨ ਕਰਨ ਲਈ 1 ਘੰਟਾ ਲੱਗ ਜਾਂਦਾ ਅਤੇ ਇੱਕ ਕੋਕ ਦਾ ਕੈਨ ਦੇਖਿਆ ਨਾ ਜਿਹੜਾ ਕੋਕ ਦਾ ਕੈਨ ਉਹਦੇ ਵਿੱਚ ਮੈਨੂੰ ਐਗਜ਼ੈਕਟਲੀ ਮੈਨੂੰ ਲੱਗਦਾ 130 ਕੈਲਰੀ ਹੁੰਦੀ ਆ ਅਤੇ ਉਹ ਕਿੰਨੀ ਦੇਰ ਲੱਗਦੀ ਹੈ ਸਾਨੂੰ ਕੰਜ਼ਿਊਮ ਕਰਨ 'ਚ ਜੇ ਬੰਦਾ ਕਹਿੰਦੇ ਨਾ ਡਕਾਰ ਨਿਕਲੇ ਵੱਡਾ ਜਿਹਾ ਅਸੀਂ ਕੁਛ ਪੀਜ਼ਾ ਪੂਜ਼ਾ ਖਾ ਕੇ ਹਾਂਜੀ ਅਤੇ ਉਹ ਅਸੀਂ ਮੈਨੂੰ ਲੱਗਦਾ 2 ਜਾਂ 3 ਮਿੰਟਾਂ 'ਚ ਖ਼ਤਮ ਕਰ ਦਿੰਦੇ ਹਾਂ ਲੇਕਿਨ ਉਹਨੂੰ ਹੀ ਜੇ ਅਸੀਂ ਕਮਾ ਜਾਈਏ ਜਿਵੇਂ ਦੂਜੇ ਐਗਜ਼ਾਮਪਲ 'ਚ ਆਈਏ ਨਾ ਕਮਾਉਣ ਲਈ ਘੰਟਾ ਲੱਗ ਜਾਂਦਾ ਜੇ ਐਕਸਰਸਾਈਜ਼ ਕਰੋ ਇਹ ਬਸ ਮੈਂ ਦੇਣਾ ਚਾਹੁੰਦਾ ਸੀ ਕਿ ਇੱਕ ਐਗਜ਼ਾਮਪਲ ਹੈਗਾ ਕਿ ਜੇ ਅਸੀਂ ਐਕਸਰਸਾਈਜ਼ ਵੀ ਕਰਦੇ ਹਾਂ ਨਾ ਐਕਸਰਸਾਈਜ਼ ਕਰਨ 'ਚ ਬੜਾ ਟਾਈਮ ਲੱਗਦਾ ਲੇਕਿਨ ਉਹਦੇ ਜਿਹੜੇ ਜਦੋਂ ਡਾਇਟ 'ਤੇ ਅਸੀਂ ਆ ਜਾਂਦੇ ਨਾ ਕਿ ਲੋਕ ਕੁਝ ਕਹਿੰਦੇ ਅੱਜ ਮੈਂ 2 ਘੰਟੇ ਐਕਸਰਸਾਈਜ਼ ਕਰਕੇ ਆਇਆ ਅਤੇ ਹੁਣ ਮੈਂ 2 ਜਾਂ 4 ਫੁਲਕੇ ਐਕਸਟਰਾ ਖਾਊਂਗਾ ਲੇਕਿਨ ਤੁਸੀਂ ਉਹ ਨਿਗੇਟ ਕਰ ਦਿੰਦੇ ਹੋ ਕਿਉਂਕਿ ਸਾਡੀ ਬੋਡੀ ਨਾ ਇੱਕ ਕੈਲਰੀ ਡੈਫੀਸਿਟ 'ਤੇ ਹੋਣੀ ਚਾਹੀਦੀ ਆ ਕਿਉਂਕਿ ਜੇ ਫੋਰ ਐਗਜ਼ਾਮਪਲ ਜੇ ਬੋਡੀ ਨੂੰ 2000 ਕੈਲਰੀਆਂ ਚਾਹੀਦੀਆਂ ਨੇ ਦਿਨ ਦੀਆਂ ਜੀਣ ਲਈ ਕਿਉਂਕਿ ਤੁਹਾਡਾ ਬੋਡੀ ਥੋੜ੍ਹਾ ਵੱਡਾ ਹੈਗੀ ਤੁਸੀਂ 4000 ਖਾ ਲਈ ਅਤੇ 2000 ਕਿੱਥੇ ਲੱਗੂਗੀ ਹਾਂਜੀ ਉਹ ਜਮ੍ਹਾਂ ਹੋ ਜਾਂਦੀਆਂ ਅਤੇ ਫਿਰ ਜਮ੍ਹਾਂ ਕਿੱਥੇ ਹੁੰਦੀਆਂ ਨੇ ਫੈਟ ਵਾਸਤੇ ਕਿਉਂਕਿ ਪੁਰਾਣੇ ਜ਼ਮਾਨੇ 'ਚ ਜੇ ਅਸੀਂ ਹੰਟਰ ਗੈਦਰਸ ਹੁੰਦੇ ਸੀ ਤਦ ਕੀ ਹੁੰਦੇ ਸੀ ਖਾਣਾ ਇੰਨੀ ਜਲਦੀ ਨਹੀਂ ਮਿਲਦਾ ਸੀਗਾ ਤਦ ਕੈਲਰੀਜ਼ ਦੀ ਅਸਲੀ ਸਾਨੂੰ ਉਹ ਸੀਗੀ ਕੀ ਕਹਿੰਦੇ ਆ ਕਦਰ ਕਹਿ ਲਓ ਤਦ ਸੀਗੀ ਤਦ ਬੋਡੀ ਨੂੰ ਜਦ ਕੈਲਰੀ ਦਿੰਦੀ ਸੀ ਬੋਡੀ ਕਹਿੰਦੀ ਸੀ ਮੈਂ ਯੂਜ਼ ਕਰਨੀ ਆ ਅਤੇ ਮੈਂ ਫੜ ਲੈਣੀ ਕਿ ਕੱਲ੍ਹ ਕੀ ਪਤਾ ਹਫ਼ਤੇ ਤੋਂ ਮੈਨੂੰ ਖਾਣਾ ਨਾ ਮਿਲੇ ਰਾਈਟ ਲੇਕਿਨ ਹੁਣ ਤੁਹਾਨੂੰ ਖਾਣਾ ਕੀ ਨਹੀਂ ਉਹੀ ਮੈਂ ਕਹਿ ਰਿਹਾ ਨਾ 5 ਮਿੰਟਾਂ 'ਚ ਖਾਣਾ ਮਿਲ ਜਾਂਦਾ ਫਰਿੱਜ ਭਰੇ ਪਏ ਇੰਨੇ ਭਰੇ ਪਏ ਲੋਕੀ ਤਾਂ ਖਾਣਾ ਸਿੱਟ ਦਿੰਦੇ ਨੇ ਰਾਈਟ ਕਿਉਂਕਿ ਇੰਨਾ ਕੋਸਕੋ ਜਾਓ ਲੋਕਾਂ ਦੀ ਕਾਰਟ ਇੰਨੀ ਵੱਡੀ ਹੁੰਦੀ ਆ ਮੈਂ ਤਾਂ ਆਪ ਹੈਰਾਨ ਹੁੰਦਾ ਕਿ ਕਿੰਨਾ ਲੋਕੀ ਖਾ ਲੈਂਦੇ ਨੇ ਰਾਈਟ ਮੈਂ ਨਹੀਂ ਕਹਿੰਦਾ ਘਰੇ ਕਦੇ 10-15 ਲੋਕੀ ਹਾਂਜੀ ਐਗਜ਼ੈਕਟਲੀ ਮੈਂ ਰਿਲੇਟਿਵ ਜ਼ਿਆਦਾ ਹੁੰਦੇ ਨੇ ਨਾ ਕਮਿੰਗ ਬੈਕ ਟੂ ਕਿ ਸਾਡੀ ਐਵਰੀਡੇ ਲਾਈਫ ਦੇ ਵਿੱਚ ਕਿੰਨਾ ਖਾਣਾ ਚਾਹੀਦਾ ਪਹਿਲੀ ਬਾਤ ਇੰਨਾ ਖਾਣਾ ਚਾਹੀਦਾ ਕਿ ਤੁਸੀਂ ਸੈਟਿਸਫਾਈ ਫੀਲ ਕਰੋ ਬਲੋਟਡ ਨਾ ਫੀਲ ਕਰੋ ਰਾਈਟ ਕਿ ਥੈਂਕਸ ਗਿਵਿੰਗ ਕ੍ਰਿਸਮਸ ਅਤੇ ਦੀਵਾਲੀ ਇੱਦਾਂ ਦੇ ਸਾਡੇ ਫੰਕਸ਼ਨ ਹੁੰਦੇ ਉਹਨਾਂ ਦੇ ਵਿੱਚ ਬੰਦਾ ਬਹੁਤ ਜ਼ਿਆਦਾ ਖਾ ਲੈ ਵਿਆਹ ਸ਼ਾਦੀਆਂ 'ਚ ਵੀ ਬਹੁਤ ਖਾ ਲੈਂਦੇ ਨੇ ਦੈਟਸ ਓਕੇ ਹੋ ਜਾਂਦਾ ਕਦੇ ਕਦਾਰ ਬਟ ਐਵਰੀਡੇ ਲਾਈਫ ਦੇ ਵਿੱਚ ਇੰਨਾ ਖਾਓ ਕਿ ਤੁਸੀਂ ਆਰਾਮ ਨਾਲ ਤੁਰ ਪਾਓ ਇੰਨਾ ਨਾ ਖਾਓ ਕਿ ਹੁਣ ਮੈਨੂੰ ਬਸ ਲੇਟ ਜਾਣਾ ਅਤੇ ਮੇਰੇ ਤੋਂ ਹੁਣ ਕੁਝ ਹੋਣਾ ਨਹੀਂ ਅਤੇ ਜਿਹੜੇ ਸਾਡੀ ਫੂਡ ਐਂਡ ਡਰੱਗ ਜਿਹੜੀ ਪੈਂਫਲੇਟ ਅਸੀਂ ਦੀ ਗੱਲ ਨਹੀਂ ਕਰ ਰਹੇ ਸੀਗੇ ਉਹ ਵਧਾਏ ਆ ਅਤੇ ਉਹਦੇ ਵਿੱਚ ਕੀ ਲਿਖਿਆ ਕਿ ਕੈਨੇਡਾ ਫੂਡ ਗਾਈਡ ਦੇ ਵਿੱਚ ਕਿ ਜੇ ਅਸੀਂ ਇੱਕ ਪਲੇਟ ਲੈ ਲੈਂਦੇ ਹਾਂ ਉਸ ਪਲੇਟ ਦੇ ਵਿੱਚ ਅਸੀਂ ਇੱਕ ਕੰਮ ਕਰਦੇ ਹਾਂ ਕਿ ਸਾਡੇ 3 ਫੂਡ ਗਰੁੱਪਸ ਹੁੰਦੇ ਨੇ ਪ੍ਰੋਟੀਨਸ ਫੈਟਸ ਐਂਡ ਕਾਰਬੋਹਾਈਡਰੇਟਸ ਸਾਡੇ ਪੰਜਾਬੀ ਕਲਚਰ ਦੇ ਵਿੱਚ ਜ਼ਿਆਦਾ ਜ਼ੋਰ ਹੁੰਦਾ ਕਾਰਬੋਹਾਈਡਰੇਟਸ ਅਤੇ ਫੈਟਸ ਦੇ ਉੱਤੇ ਫੈਟਸ ਤੇ ਬਥੇਰੇ ਹੁੰਦੇ ਨੇ ਅਤੇ ਕਾਰਬਸ ਦੇ ਹਾਂਜੀ ਮੇਰੇ ਬੜੇ ਪੇਸ਼ੈਂਟ ਆ ਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੈਨੂੰ ਜਦ ਤੱਕ 1 ਜਾਂ 2 ਫੁਲਕੇ ਨਾ ਖਾਵਾਂ ਨਾ ਮੈਨੂੰ ਲੱਗਦਾ ਨਹੀਂ ਮੈਂ ਕੁਝ ਖਾਧਾ
ਜੇ ਮੈਂ ਉਹਨੂੰ ਕਹਿੰਦਾ ਥੋੜੀ ਜ਼ਿਆਦਾ ਸਬਜ਼ੀ ਖਾ ਲਓ, ਕਹਿੰਦੇ ਸਬਜ਼ੀ ਜਿੰਨੀ ਮਰਜ਼ੀ ਖਾ ਲਾਂਗੇ ਲੇਕਿਨ 2 ਜਾਂ 3 ਫੁਲਕੇ ਨਾ ਖਾਈਏ ਨਾ ਤਾਂ ਇਹਦੇ ਪੇਟ 'ਚ ਜਾ ਕੇ ਬਹਿੰਦਾ ਨਹੀਂ। ਤੇ ਅਸੀਂ ਕੀ ਕਹਿੰਦੇ ਕਿ ਤੁਹਾਡੀ ਜੇ ਇੱਕ ਪਲੇਟ ਹੈਗੀ, ਅੱਧੀ ਪਲੇਟ 'ਚ ਤੁਸੀਂ ਸੈਲਡ ਤੇ ਵੈਜੀਟੇਬਲਸ ਕਰ ਲਓ, ਕੋਈ ਘਰ ਦੀ ਬਣੀ ਸਬਜ਼ੀ ਵੀ ਠੀਕ ਆ, ਰਾਈਟ। ਤੇ ਉਸ ਤੋਂ ਬਾਅਦ ਕੀ ਕਰੋ ਕਿ ਇੱਕ ਕੁਆਟਰ ਪਲੇਟ ਪ੍ਰੋਟੀਨ ਦਾ ਹੋਵੇ। ਪ੍ਰੋਟੀਨ ਵੈਜੀਟੇਰੀਅਨਸ ਦੇ ਦਾਲ ਬੜੀ ਚੰਗੀ ਚੀਜ਼ ਆ, ਛੋਲੇ ਬੜੀ ਚੰਗੀ ਚੀਜ਼ ਆ। ਹੋਰ ਤੁਸੀਂ ਗੂਗਲ ਵੀ ਕਰ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਊਗਾ ਵੈਜੀਟੇਰੀਅਨ ਪ੍ਰੋਟੀਨ ਸੋਰਸਿਸ। ਤੇ ਆਫ ਕੋਰਸ ਜਿਹੜੇ ਚਿਕਨ ਖਾਂਦੇ ਆ ਉਹ ਚਿਕਨ, ਲੀਨ ਚਿਕਨ ਹੋ ਗਿਆ, ਫਿਸ਼ ਹੋ ਗਈ, ਦੀਜ਼ ਆਰ ਲੀਨ ਸੋਰਸਿਸ ਆਫ ਪ੍ਰੋਟੀਨ। ਤੇ ਇੱਕ ਹੋ ਗਿਆ। ਤੇ ਬਾਕੀ ਜਿਹੜੀ ਕੁਆਟਰ ਪਲੇਟ ਆ ਉਹਦੇ ਵਿੱਚ ਕਾਰਬਸ ਹੋਣੇ ਚਾਹੀਦੇ ਆ। ਤੇ ਉਹ ਹੋ ਗਈ ਮੁੱਠੀ ਭਰ ਚਾਵਲ ਹੋ ਗਏ, ਜੇ ਅਸੀਂ ਕੁਕਡ ਚਾਵਲ ਲਈਏ ਮੁੱਠੀ ਭਰ ਇੰਨੀ ਕੁਆਟਰ ਹੋ ਜਾਂਦੀ ਪਲੇਟ। ਤੇ ਜੇ ਅਸੀਂ ਇਹ ਰੂਲ ਫੋਲੋ ਕਰੀਏ ਨਾ, ਐਂਡ ਅਨਦਰ ਬਿਗ ਥਿੰਗ ਇਜ਼ ਸੈਕਿੰਡ ਹੈਲਪਿੰਗਸ। ਕੁਛ ਲੋਕ ਕਹਿੰਦੇ ਇੱਕ ਪਲੇਟ ਲੈ ਲਈ, ਇੱਕ ਹੋਰ ਵੀ ਜਾ ਕੇ ਲੈ ਕੇ ਆਊਂਗਾ। ਤੇ ਉਹਦੇ ਨਾਲ ਕੀ ਹੁੰਦਾ ਕਿ ਜਦ ਦੂਸਰੀ ਲੈ ਕੇ ਆਉਂਦੇ ਆ ਨਾ, ਤੇ ਦੂਸਰੀ ਵੀ ਅਸੀਂ ਉਨੀ ਭਰਦੇ ਜਿੰਨੀ ਪਹਿਲੀ ਭਰੀ ਸੀ। ਇਹ ਵੀ ਨਹੀਂ ਕਿ ਅੱਧੀ ਭਰ ਲਈਏ ਜਾਂ ਕੁਆਟਰ ਭਰ ਲਈਏ, ਉਹ ਵੀ ਉਨੀ ਭਰਦੇ ਆ। ਤੇ ਫਿਰ ਦੂਜੀ ਕੌਨਸੈਪਟ ਕਿ ਜਿੰਨਾ ਖਾਣਾ ਲਿੱਤਾ ਉਹਨਾਂ ਖਤਮ ਕਰਨਾ ਪੈਣਾ, ਕਿ ਖਾਣਾ ਜੇ ਸਿੱਟੋਗੇ ਤੇ ਚੰਗਾ ਨਹੀਂ ਲੱਗਦਾ। ਤੇ ਉਹ ਵੀ ਸਾਰਾ ਖਾ ਲੈਂਦੇ ਨੇ। ਤੇ ਡਿਵੈਲਪਿੰਗ ਦੀਜ਼ ਹੈਬਿਟਸ ਇੱਕ ਦਿਨ 'ਚ ਨਹੀਂ ਹੁੰਦੀਆਂ ਨੇ, ਹੌਲੀ ਹੌਲੀ ਘਟਾਓ। ਤੇ ਘਰੇ ਜੇ ਖਾਣਾ, ਸਾਡੇ ਬਜ਼ੁਰਗ ਵੀ ਇਹੀ ਕਹਿੰਦੇ ਨੇ ਕਿ ਜਿਹੜੀ ਬੀਬੀ ਤੇਰੀ ਬਣਾ ਦਿੰਦੀ ਖਾਣੀ ਮੈਂ ਉਹੀ ਖਾ ਲੈਣਾ, ਮੈਂ ਪਿਕੀ ਨਹੀਂ ਜ਼ਿਆਦਾ। ਤੇ ਫਿਰ ਮੈਂ ਹਰ ਵਾਰ ਜਦ ਵੀ ਮੈਂ ਐਡਵਾਈਸ ਦਿੰਦਾ ਨਾ, ਮੈਂ ਹਰ ਵਾਰ ਬੀਬੀ ਜੀ ਨਾਲ ਗੱਲ ਕਰਦਾ ਜਾਂ ਜਿਹੜੀ ਘਰ ਦੀ ਔਰਤ ਹੁੰਦੀ ਹੈ, ਕਿ ਉਹੀ ਖਾਣਾ ਬਣਾਉਂਦੇ ਨੇ, ਬੱਚਿਆਂ ਲਈ ਵੀ ਉਹੀ ਬਣਾਉਂਦੇ ਨੇ ਨਾ ਜੀ। ਤੇ ਉਹਨਾਂ ਨੂੰ ਮੈਂ ਦੱਸਦਾ ਕਿ ਕੀ ਬਣਾਈਏ ਤੇ ਕੀ ਖਿਲਾਈਏ। ਫਿਰ ਲੋਕੀ ਤੇ ਫਿਰ ਇਹਦੇ ਨਾਲ ਹੀ ਐਡਜਸਟਮੈਂਟ ਹੋ ਜਾਂਦੀ ਹੈ। ਸਾਰੀ ਫੈਮਿਲੀ ਦੀ ਹੈਲਥ ਜਿਹੜੀ ਹੈ ਕਹਿੰਦੇ ਉਹ ਸਵਾਣੀ ਦੇ ਹੱਥ 'ਚ, ਕਿਚਨ ਦੇ ਵਿੱਚ। 100% ਹਾਂਜੀ, ਮੈਂ ਤੁਹਾਡੇ ਨਾਲ ਫੁੱਲ ਸਹਿਮਤ ਹਾਂ ਇਹ ਵਾਲੀ ਗੱਲ 'ਚ। ਅੱਛਾ ਡਾਕਟਰ ਸਾਹਿਬ, ਕੋਈ ਸਮਾਂ ਥੋੜ੍ਹਾ ਰਹਿੰਦਾ, ਨੀਂਦ ਬਾਰੇ ਸਾਨੂੰ ਦੱਸੋ ਫਿਰ। ਹਾਂਜੀ, ਨੀਂਦ ਵਾਲੇ ਇਹ ਹੈਗੀ ਕਿ ਸਾਡੀ ਜਿਹੜੀ ਇੱਕ ਹੈਗੀ ਨਾ, ਇਟਸ ਰੂਟੀਨ। ਇੱਕ ਅੰਗਰੇਜ਼ੀ ਦਾ ਇੱਕ ਹੋਰ ਵਰਡ ਹੈਗਾ ਰੂਟੀਨ। ਜੀ। ਕਿ ਐਵਰੀ ਡੇ ਅਸੀਂ ਉੱਠਦੇ ਹਾਂ, ਸੌਂਦੇ ਹਾਂ ਐਂਡ ਆਪਣੀ ਚੀਜ਼ ਕਰਦੇ ਹਾਂ। ਤੇ ਰੂਟੀਨ ਇਜ਼ ਵੈਰੀ ਕੀ। ਤੇ ਸਾਡੀ ਬਾਡੀ ਨੂੰ ਨਾ, ਅਸੀਂ ਇੱਕ ਸਲੀਪ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਕਿ ਅਸੀਂ ਸਲੀਪ ਚੰਗਾ ਕਰੀਏ ਕਿ ਆਪਾਂ ਦਿਨ ਦੇ ਵਕਤ ਥੱਕੇ ਨਾ ਰਹਿਣ। ਮੇਰੇ ਪੇਸ਼ੈਂਟ ਬੜੇ ਆਉਂਦੇ ਜਿਹੜੇ ਕਹਿੰਦੇ ਡਾਕਟਰ ਸਾਹਿਬ ਮੈਨੂੰ ਬੜੀ ਥਕਾਨ ਹੈਗੀ ਆ, ਤੁਸੀਂ ਮੇਰਾ ਬਲੱਡ ਟੈਸਟ ਕਰ ਦਿਓ। ਤੇ ਕੀ ਪਤਾ ਮੇਰਾ ਵਿਟਾਮਿਨ B12 ਘੱਟ ਨਾ ਹੋਵੇ ਜਾਂ ਮੇਰਾ ਖੂਨ ਘੱਟ ਨਾ ਹੋਵੇ, ਕੁਛ ਵੀ ਇੱਦਾਂ ਛੋਟੀ ਮੋਟੀ ਚੀਜ਼ਾਂ ਨਾ ਹੋਣ ਕਿ ਮੈਂ ਥੱਕਿਆ ਕਿਉਂ ਰਹਿਣਾ। ਫਿਰ ਮੈਂ ਪੁੱਛਦਾ ਕਿ ਸਲੀਪ ਕਿੱਦਾਂ ਦੀ ਹੈਗੀ। ਉਹਨਾਂ ਦਾ ਸਲੀਪ ਸਕੈਜੂਲ ਬਹੁਤ ਉੱਤੇ ਥੱਲੇ ਹੁੰਦਾ। ਸਾਡੀ ਬਾਡੀ ਡਿਜ਼ਾਈਨ ਕਿ 7 ਤੋਂ 8 ਘੰਟੇ, ਕੋਈ ਇੱਕ ਹਾਰਡ ਐਂਡ ਫੈਸਟ ਰੂਲ ਨਹੀਂ ਹੁੰਦਾ ਕਿ ਇੰਨੇ ਘੰਟੇ ਸੋਣਾ ਹੀ ਸੋਣਾ ਆ। ਬਟ ਇੱਕ ਰੂਟੀਨ ਬਹੁਤ ਇੰਪੋਰਟੈਂਟ ਹੈ ਕਿ ਜੇ ਤੁਸੀਂ 24 ਘੰਟੇ ਹੁੰਦੇ ਆ, 24 ਦੇ ਵਿੱਚ 16 ਘੰਟੇ ਉੱਠੇ ਹੋ ਤੇ 8 ਘੰਟੇ ਸੋ। ਤੇ ਇੱਕ ਕਲੌਕ ਬਣਾਉਣੀ ਪੈਂਦੀ ਆ। ਕੁਝ ਲੋਕਾਂ ਦੀ ਰੂਟੀਨ ਇੱਦਾਂ ਨਹੀਂ ਬਣ ਪਾਉਂਦਾ ਕਿਉਂਕਿ ਉਹਨਾਂ ਦੀ ਜੌਬਸ ਇੱਦਾਂ ਦੀਆਂ ਹੁੰਦੀਆਂ ਨੇ, ਜਿਹੜੀ ਨਰਸਾਂ ਹੁੰਦੀਆਂ ਨੇ। ਅੱਛਾ ਡਾਕਟਰ, 4 ਘੰਟੇ ਤੇ 4 ਘੰਟੇ ਇਹ ਸੌਂ ਸਕਦੇ ਵੀ? 4 ਘੰਟੇ ਰਾਤ ਨੂੰ ਸੌ ਲਏ, 4 ਘੰਟੇ ਦਿਨੇ? ਇੱਦਾਂ ਜੇ ਆਪਾਂ ਬ੍ਰੇਕ ਕਰਦੀ ਨਾ ਸਲੀਪ ਦੇ ਵਿੱਚ, ਅਸੀਂ ਬੜੇ ਲੈਵਲਸ ਆਫ ਸਲੀਪ ਹੁੰਦੀ ਹੈ। ਰੈਮ ਸਲੀਪ ਇੱਕ ਹੁੰਦੀ ਆ। ਸੋ ਕੰਟੀਨਿਊਸਲੀ 8 ਘੰਟੇ? ਕੰਟੀਨਿਊਸਲੀ 8 ਘੰਟੇ ਨਹੀਂ, ਕੰਟੀਨਿਊਸਲੀ 7 ਜਾਂ 6 ਜਾਂ ਜਿੰਨੇ ਵੀ ਤੁਹਾਡੀ ਬਾਡੀ ਨੂੰ ਚਾਹੀਦੀ। ਹਰ ਬੰਦੇ ਦੀ ਬਾਡੀ ਡਿਫਰੈਂਟ ਹੁੰਦੀ ਹੈ ਕਿ ਕਿੰਨੀ ਚਾਹੀਦੀ ਹੁੰਦੀ ਹੈ। ਉਨੀ ਤੇ ਡਿਮਾਂਡ ਹੈਗੀ ਕਿ ਅਗਲੇ ਦਿਨ ਤੁਸੀਂ ਯੂ ਫੀਲ ਰਿਫਰੈਸ਼ਡ, ਕਿ ਅਗਲੇ ਦਿਨ ਉਠੋ ਜਾਂ ਅਗਲੇ ਦਿਨ ਚੀਜ਼ਾਂ ਕਰੋ। ਜ਼ਰੂਰੀ ਨਹੀਂ 7 ਘੰਟੇ? ਨਹੀਂ, ਦੇयर इज नो ਹਾਰਡ ਐਂਡ ਫਾਸਟ ਰੂਲ ਕਿ ਇੰਨੇ ਹੈਵ ਟੂ ਆ। ਕਿਉਂਕਿ ਪਹਿਲਾਂ ਤਾਂ ਡਾਕਟਰ ਇਹੀ ਦੱਸਦੇ ਰਹੇ ਨੇ ਵੀ 8 ਘੰਟੇ ਜਾਂ 7 ਘੰਟੇ ਤੋਂ ਘੱਟ ਨਹੀਂ ਸੌਣਾ। ਬੱਚਿਆਂ ਲਈ ਜ਼ਿਆਦਾ, ਬੱਚਿਆਂ ਲਈ ਅਸੀਂ ਸਾਰੇ ਕਹਿੰਦੇ, ਹਾਲੇ ਵੀ ਕਹਿੰਦੇ ਅਸੀਂ ਡਾਕਟਰਸ ਕਿ ਜ਼ਿਆਦਾ ਹੋਣੀ ਚਾਹੀਦੀ। ਜਿਹੜੇ ਬਹੁਤ ਛੋਟੇ ਉਹਨਾਂ ਨੂੰ 12 ਘੰਟੇ ਵੀ। ਹਰ ਇੱਕ ਐਡਲਟ ਲਈ ਬਿਟਵੀਨ 6 ਆਈ ਥਿੰਕ ਅ ਗੁੱਡ ਰੂਲ ਇਜ਼ 6.5 to 8 hours। ਆਈ ਥਿੰਕ ਦਿਸ ਇਜ਼ ਅ ਗੁੱਡ ਮੀਨ। ਕਿਉਂਕਿ ਜ਼ਿਆਦਾ ਵੀ ਸੋ ਜਾਓਗੇ ਉਹਦੇ ਨਾਲ ਵੀ ਕੋਈ ਦੈਨ ਇਟ ਬਿਕਮਸ ਡਿਮਿਨਿਸ਼ਿੰਗ ਰਿਟਰਨਸ। ਉਹਦਾ ਅੰਗਰੇਜ਼ੀ ਦਾ ਵਰਡ ਹੈਗਾ ਕਿ ਇਸ ਤੋਂ ਜ਼ਿਆਦਾ ਸੌਣ ਤੋਂ ਬਾਅਦ ਟਾਈਮ ਹੀ ਵੇਸਟ ਹੋ ਰਿਹਾ। ਤੁਸੀਂ ਜ਼ਿੰਦਗੀ ਵੇਸਟ ਕਰ ਰਹੇ ਹੋ। ਹਾਂਜੀ, ਤੇ ਉਹ ਵੀ ਨਹੀਂ ਸਾਨੂੰ ਚਾਹੀਦੀ। ਤੇ ਹਾਊ ਡੂ ਯੂ ਟ੍ਰੇਨ ਯੂਰ ਬਾਡੀ? ਥੋੜ੍ਹੇ ਜਿਹੇ ਟਿਪਸ ਹੈਗੇ ਆ ਕਿ ਤੁਸੀਂ turn off the lights, don't use your phone or any technology in bed. Bed should only be for sleep, right? ਤੁਸੀਂ ਬੈਡ ਤੇ ਜਦ ਜਾ ਗਏ ਤੁਸੀਂ ਸੌਣ ਲੱਗੋਗੇ ਜਾਂ ਤੁਸੀਂ ਕੋਈ ਬੁੱਕ ਪੜ੍ਹ ਲਓ, something that will help promote the sleep. And ਥੋੜ੍ਹਾ ਜਿਹਾ ਰੂਮ ਨਾ ਥੋੜ੍ਹਾ ਜਿਹਾ ਠੰਡਾ, ਗਰਮ ਨਹੀਂ, ਥੋੜ੍ਹਾ ਜਿਹਾ ਠੰਡਾ ਰਵੇ ਨਾ, cool room is very very good. And taking off any type of stimulus ਅਸੀਂ ਕਹਿੰਦੇ ਨਾ is another key thing. Another one, big one is ਜਿਹੜੇ ਮੈਂ ਸੋਚਿਆ ਸੀ ਮੈਂ ਕਹੂੰਗਾ ਕਿ having a good bed and pillow, like a mattress. ਅਸੀਂ ਮੈਂ ਸਾਰਿਆਂ ਦੀ ਅਫੋਰਡੇਬਿਲਿਟੀ ਡਿਫਰੈਂਟ ਹੁੰਦੀ ਆ, ਬਟ ਆਈ ਫੀਲ ਅਸੀਂ ਜਦ ਬੈਡ ਜਾਂ ਉਹਦੇ ਵੀ ਲੀਸਟ ਪ੍ਰਾਇਓਰਟਾਈਜ਼ ਦੈਟ ਇਨ ਆਰ ਲਾਈਫ। ਗੱਡੀਆਂ ਵੱਡੀ ਲੈ ਲਾਂਗੇ ਅਸੀਂ, ਲੱਖ ਡਾਲਰ ਦੀਆਂ ਗੱਡੀਆਂ, ਲੇਕਿਨ ਜਦ ਬੈਡ ਜਾਂ ਮੈਟਰਸ ਲੈਂਦੇ ਹਾਂ $600-700 ਜ਼ਿਆਦਾ ਨਹੀਂ ਲੈਂਦੇ ਲੋਕੀ। ਕਾਸਕੋ ਤਾਂ ਲੱਗਿਆ ਸੀ ਸੇਲ ਤੇ ਅਸੀਂ ਲੈ ਲੈਂਦੇ ਹਾਂ। ਲੇਕਿਨ ਮੈਂ ਹਰ ਬੰਦੇ ਨੂੰ ਇਹ ਕਹਿੰਦਾ ਕਿਉਂਕਿ ਤੁਸੀਂ ਸੌਂਦੇ ਇੰਨਾ ਜ਼ਿਆਦਾ ਹੋ। ਇਫ ਯੂ ਲਿਵ 1/3 of your life, ਜੇ ਅਸੀਂ 8 ਘੰਟੇ ਵੀ ਸੌਂਦੇ ਹਾਂ in a given 24 hours, 1/3 of your life ਤੁਸੀਂ ਸੌ ਲੈਂਦੇ ਹੋ। So having a really good mattress
ਜਿਹੜੀ ਡਾਲਰ ਪਰ ਮਿੰਟ ਵੈਲਿਊ ਹੈਗੀ ਨਾ ਉਹ it pays itself off very very quickly. So having a good pillow and a good bed that you like, right? Give it some time. Like ਬੜੇ ਹੁੰਦੇ ਆ ਕਿ ਜੇ ਟਰਾਇਲ ਹੈਗਾ 30 ਦਿਨ ਦਾ ਸਾਡਾ ਬੈਡ ਟਰਾਈ ਕਰ ਲਓ, ਜੇ ਨਹੀਂ ਅੱਛਾ ਲੱਗੇ ਕੋਈ ਹੋਰ ਲੈ ਲਿਓ, but get something that you really like and stick with and don't mind spending a little bit more. Again, because sleep is so important, right? And last thing is sleep apnea. Coming back to the obesity ਜਿਹੜੀ ਸੀਗੀ sleep apnea ਇੱਕ ਚੀਜ਼ ਹੈਗੀ ਕਿ ਲੋਕੀ ਸੌਂਦੇ ਨਾ ਉਹਨਾਂ ਦੀ ਸਾਂਸਾਂ ਬੰਦ ਹੋ ਜਾਂਦੀਆਂ ਨੇ, ਜੇ ਸਾਹ ਲੈਂਦੇ ਨਾ ਉਹ ਬੰਦ ਹੋ ਜਾਂਦੇ ਨੇ, ਤੇ ਉਹਦੇ ਨਾਲ ਕੀ ਹੁੰਦਾ ਕਿ ਕਦੇ ਨਾ ਚੌਕ ਕੇ ਬੰਦਾ ਉੱਡ ਜਾਂਦਾ ਕਿਉਂਕਿ ਬਾਡੀ ਨੂੰ ਬ੍ਰੇਨ ਨੂੰ ਆਕਸੀਜਨ ਨਹੀਂ ਜਾ ਰਹੀ ਹੁੰਦੀ ਤੇ ਚੌਕ ਕੇ ਉੱਡ ਜਾਂਦੇ ਨੇ। ਉਹਦੇ ਨਾਲ ਕੀ ਹੁੰਦਾ ਬੰਦਾ ਸਾਰਾ ਦਿਨ ਥੱਕਿਆ ਰਹਿੰਦਾ। ਤੇ ਜਿਹੜੇ ਲੋਕੀ ਮੈਂ ਕਹਿੰਦਾ ਜਿਹੜੇ ਲੋਕੀ ਥੋੜੇ ਭਾਰੀ ਹੈਗੇ ਜਿਹੜੇ ਖਰਾਟੇ ਮਾਰਦੇ ਨੇ ਤੇ ਉਹ ਇੱਦਾਂ ਦੀ ਚੀਜ਼ਾਂ ਹੁੰਦੀਆਂ ਨੇ, ਆਪਣੇ ਟਾਕ ਟੂ ਯੂਰ ਡਾਕਟਰ ਐਂਡ ਗੈਟ ਸਮਥਿੰਗ ਕਾਲਡ ਅ ਸਲੀਪ ਸਟੱਡੀ। ਉਹ ਇੱਕ ਮਸ਼ੀਨ ਹੁੰਦੀ ਤੁਸੀਂ ਘਰ ਲੈ ਕੇ ਜਾਓਗੇ, ਉਹਨੂੰ ਪਾ ਕੇ ਤੁਸੀਂ ਸੋ ਜਾਓਗੇ ਤੇ ਉਹ ਤੁਹਾਡੀ ਆਕਸੀਜਨ ਲੈਵਲ ਪੂਰੀ ਰਾਤ ਚੈੱਕ ਕਰੂਗਾ ਤੇ ਦੱਸੂਗਾ ਹਾਂਜੀ ਤੁਸੀਂ ਸਲੀਪ ਐਪਨੀਆ ਜ਼ਰੂਰ ਹੈਗਾ ਤੇ ਤੁਹਾਡੀ ਸਲੀਪ ਕੁਆਲਿਟੀ ਇਹਦੇ ਕਾਰਨ ਤੋਂ ਘੱਟ ਹੈਗੀ। ਤੇ ਸਲੀਪ ਐਪਨੀਆ ਨਾਲ ਬਥੇਰੀ ਬਿਮਾਰੀਆਂ ਹੋਰ ਹਾਈਪਰਟੈਂਸ਼ਨ ਬੀਇੰਗ ਵਨ ਆਫ ਦ ਮੇਜਰ ਵਨਸ ਲਿੰਕਡ ਹੈਗੀ। ਹਾਂਜੀ ਬਹੁਤ ਲਿੰਕ ਹੈਗਾ ਸਲੀਪ ਐਪਨੀਆ ਐਂਡ ਹਾਈਪਰਟੈਂਸ਼ਨ। ਇਨਫੈਕਟ ਕੁਛ ਲੋਕਾਂ ਦੀ ਅਸੀਂ ਉਹਨਾਂ ਦੀ ਬਿਮਾਰੀ ਦਵਾਈਆਂ ਦਿੰਦੇ ਰਹਿੰਦੇ ਹਾਂ ਲੇਕਿਨ ਉਹਨਾਂ ਦੀ ਬਲੱਡ ਪ੍ਰੈਸ਼ਰ ਘਟਦਾ ਨਹੀਂ, ਪਰ ਪ੍ਰੋਬਲਮ ਹੋਰ ਹੁੰਦੀ ਹੈ, ਪ੍ਰੋਬਲਮ ਕੋਈ ਹੋਰ ਨੀਂਦ ਦੀ ਤੇ ਸਲੀਪ ਐਪਨੀਆ ਦੀ, ਕਿਉਂਕਿ ਉਹਨਾਂ ਦੀ ਇੱਥੇ ਨਾ ਥੋੜ੍ਹਾ ਜਿਹਾ ਗਰਦਨ ਥੋੜ੍ਹੀ ਜ਼ਿਆਦਾ ਵੱਡੀ ਹੁੰਦੀ ਆ ਤੇ ਤਦੇ ਥੋੜ੍ਹੇ ਜਿਹੜੇ ਓਬੀਸ ਪੇਸ਼ੈਂਟਸ ਨੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿ ਓਕੇ ਆਈ ਥਿੰਕ ਯੂ ਮਾਈਟ ਹੈਵ ਸਲੀਪ ਐਪਨੀਆ ਐਂਡ ਉਹਨਾਂ ਨੂੰ ਫਿਰ ਟੈਸਟਿੰਗ ਕਰਦੇ ਤੇ ਆ ਜਾਂਦੀ ਆ ਐਂਡ ਇਟ ਇਜ਼ ਰਿਵਰਸੇਬਲ। ਜੇ ਤੁਸੀਂ ਵੇਟ ਲਾਸ ਕਰੋਗੇ ਜਿਹੜੀ ਮੈਂ ਚੀਜ਼ਾਂ ਹੁਣੇ ਦੱਸੀਆਂ ਨੇ ਉਹ ਸਾਰੀ ਫੋਲੋ ਕਰੋਗੇ ਤੇ ਦਿਸ ਕੁਡ ਬੀ ਰਿਵਰਸਡ ਵੈਰੀ ਨਾਟ ਈਜ਼ੀਲੀ ਬਟ ਓਵਰ ਟਾਈਮ। ਡਾਕਟਰ ਵਿਸ਼ੇਸ਼ ਓਬਰਾਏ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿਉਂਕਿ ਤੁਸੀਂ ਇੱਕ ਸਾਨੂੰ ਨਾ ਜ਼ਿੰਦਗੀ ਨੂੰ ਨਵੀਂ ਵਿੰਡੋ ਰਾਹੀਂ ਦਿਖਾ ਰਹੇ ਹੋ ਕਿ ਜ਼ਿੰਦਗੀ ਜਿਹੜੀ ਆ ਦਵਾਈ ਰਹਿਤ ਵੀ ਹੋ ਸਕਦੀ ਆ ਪਰ ਫਿਰ ਵੀ ਤੁਸੀਂ ਹੈਲਥੀ ਰਹਿ ਸਕਦੇ ਹੋ। ਗੱਲਾਂ ਤਾਂ ਉਹ ਬੇਸਿਕਸ ਹੀ ਨੇ ਪਰ ਜਦੋਂ ਇੱਕ ਮੈਡੀਕਲ MD ਡਾਕਟਰ ਵੱਲੋਂ ਆਉਂਦੀਆਂ ਨੇ ਮੇਰਾ ਖਿਆਲ ਲੋਕ ਜ਼ਿਆਦਾ ਧਿਆਨ ਦਿੰਦੇ ਆ। ਆਪਾਂ ਫਿਰ ਵੀ ਇਹ ਗੱਲਬਾਤ ਚਾਲੂ ਰੱਖਾਂਗੇ, ਅਗਲੀ ਵਾਰੀ ਆਪਾਂ ਦਵਾਈਆਂ ਦੀ ਗੱਲਬਾਤ ਵੀ ਕਰਾਂਗੇ, ਬਿਮਾਰੀਆਂ ਦੀ ਹੋਰ ਗੱਲਬਾਤ ਵੀ ਕਰਾਂਗੇ, ਪਰ ਇਹ ਬਹੁਤ ਜ਼ਰੂਰੀ ਸੀ ਔਰ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਐਪੀਸੋਡ 'ਤੇ ਆਏ। ਥੈਂਕ ਯੂ ਜੀ, ਥੈਂਕ ਯੂ ਸੋ ਮਚ।